ਗੁਰਿਆਈ ਦੇਣ ਤੋਂ ਬਾਅਦ ਉਹਨਾਂ ਨੂੰ ਖਡੂਰ ਸਾਹਿਬ ਜਾਣ ਦਾ ਹੁਕਮ ਦੇ ਦਿੱਤਾ ਅਤੇ ਆਪ ਜੀ ਨੇ ਕੱਲ੍ਹ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਨੇ ਬਚਪਨ, ਜਵਾਨੀ ਅਤੇ ਬੁਢਾਪੇ ਦਾ ਪ੍ਰਸੰਗ ਦੱਸ ਕੇ ਇਹ ਦੱਸਿਆ ਕਿ ਬਚਪਨ ਵੀ ਦੁੱਖਾਂ 'ਚ ਲੰਘ ਜਾਂਦਾ, ਜਵਾਨੀ ਅਗਿਆਨਤਾ ਵਿਕਾਰਾਂ ਦੀ ਹਨੇਰੀ ਵਿੱਚ ਵਹਿ ਜਾਂਦੀ, ਬੁਢੇਪਾ ਢਿੱਲ ਮੱਠ, ਬਿਮਾਰੀਆਂ ਠਮਾਰੀਆਂ, ਪਛਤਾਵਿਆਂ 'ਚ ਲੰਘ ਜਾਂਦਾ, ਜ਼ਿੰਦਗੀ ਐਵੇਂ ਬਤੀਤ ਹੋ ਜਾਂਦੀ ਜੇ ਨਾਮ ਨਾ ਜਪਿਆ ਜਾਏ। ਤਾਂ ਚਾਹੀਦਾ ਹੈ ਕਿ ਗੁਰੂ ਵਾਲੇ ਬਣ ਕੇ ਸਤ ਸੰਗਤ ਦਾ ਓਟ ਆਸਰਾ ਲੈ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਇਉਂ ਗੁਰੂ ਨਾਨਕ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਆਓ ਅੱਜ ਦਾ ਪ੍ਰਸੰਗ ਜੋ ਅਸੀਂ ਸੁਣਨਾ ਹੈ, ਇਹ ਉੱਤਰਾਰਧ ਦਾ 54ਵਾਂ ਅਧਿਆਇ ਹੈ, ਜਿਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚਖੰਡ ਜਾਣ ਦੀ ਜੋ ਤਿਆਰੀ ਹੈ, ਕਿਵੇਂ ਕਿਵੇਂ ਉਹ ਸੱਚਖੰਡ ਨੂੰ ਗਏ, ਕਿਹੜੇ ਕਿਹੜੇ ਕੌਤਕ ਹੋਏ, ਉਹ ਬੜੇ ਅਨੋਖੇ, ਬੜੇ ਅਲੌਕਿਕ ਪ੍ਰਸੰਗ ਹਨ। ਪ੍ਰੇਮ ਸਹਿਤ ਸੁਣੋ ਜੀ। ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਵੀ ਜੀ ਕਹਿ ਰਹੇ ਨੇ, ਕਵੀ ਸੰਤੋਖ ਸਿੰਘ ਜੀ, ਗੁਰੂ ਨਾਨਕ ਦੀ, ਗੁਰੂ ਦੀ ਜਿਹੜੀ ਕਥਾ ਹੈ ਇਹ ਮੈਂ ਥੋੜ੍ਹੀ ਗਾਈ ਹੈ, ਜਿਹੜੀ ਮੇਰੇ ਤੋਂ ਕਹਿੰਦੇ ਬਹੁਤੀ ਕਹੀ ਨਹੀਂ ਜਾ ਸਕਦੀ। ਕਾਰਨ ਕਹਿੰਦੇ ਮੇਰੇ ਤੋਂ ਕਹੀਓ ਨਹੀਂ ਜਾ ਸਕਦੀ। ਇੱਕ ਛੋਟੇ ਮੂੰਹ ਦੇ ਨਾਲ ਕੋਈ ਕਿੱਡੀ ਕੁ ਵੱਡੀ ਗੱਲ ਕਰ ਲਏਗਾ, ਜਿੰਨੀ ਕੁ ਜਿਹਦੀ ਦ੍ਰਿਸ਼ਟੀ ਆ ਉਨੀ ਕੁ ਕੋਈ ਗੱਲ ਕਰ ਸਕਦਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਪਰੇ ਹੀ ਤੇ ਪਰੇ, ਅਪਰ ਅਪਾਰ ਪਰ, ਜਿਹਦੇ ਵਰਗਾ ਕੋਈ ਹੋਰ ਹੈ ਨਹੀਂ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਾ ਕਿਆ ਵਖਾਨਾ ਹੈ, ਹਾਂ ਕਿ ਬਾਲ ਬਾਲ ਬਲ ਬਲ ਸਦ ਬਲਿਹਾਰ। ਇਹ ਭੱਟ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਦੇ ਪ੍ਰਥਾਏ। ਇੱਕ ਜੀਵ ਉਹਦੀ ਸਥਿਤੀ ਕੀ ਕਰ ਸਕਦੀ ਗੁਰੂ ਸਾਹਿਬ ਜੀ ਦੀ, ਉਹਨਾਂ ਦੀ। ਕਿਉਂਕਿ ਗੁਰੂ ਪਰਮੇਸ਼ਰ ਦੀ ਮਹਿਮਾ ਹੈ ਜਿਹੜੀ ਉੱਚੀ ਤੋਂ ਉੱਚੀ ਹੈ। ਭਾਵ ਅੱਜ ਤੱਕ ਜਿੰਨੇ ਵੀ ਉੱਚੇ ਤੋਂ ਉੱਚੇ ਸੰਤ, ਮਹਾਤਮਾ, ਫਕੀਰ, ਵੱਡੇ ਤੋਂ ਵੱਡੇ ਆਏ, ਉਹਨਾਂ ਸਭਨਾਂ ਤੋਂ ਉੱਚੀ ਮਹਿਮਾ ਗੁਰੂ ਨਾਨਕ ਦੀ ਹੈ। ਤੇ ਕਵੀ ਜੀ ਕਹਿੰਦੇ ਮੇਰੀ ਮਤ ਨੀਵੀਂ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ ਤੇ ਮੇਰੀ ਮਤ ਉਤਨੀ ਹੈ ਨਹੀਂ। ਤੇ ਫਿਰ ਦੱਸੋ, ਉਹ ਵੱਡਾ ਹੈ ਤੇ ਮੈਂ ਛੋਟਾ, ਉਹਦੀ ਸਮਤਾ, ਉਹਦੀ ਬਰਾਬਰਤਾ ਕਿਵੇਂ ਹੋ ਸਕਦੀ ਹੈ? ਤੇ ਕਹਿੰਦੇ ਮੈਂ ਰੰਚਕ ਮਾਤਰ ਤੇ ਉਹ ਸੁਮੇਰ ਪਰਬਤ ਤੋਂ ਵੀ ਵੱਡੇ ਹਨ। ਉਦਾਹਰਨ ਦੇ ਰਹੇ ਨੇ, ਕਹਿੰਦੇ ਜੇ ਕੀੜੀ ਕਹੇ ਮੈਂ ਸਮੁੰਦਰ ਪਾਰ ਕਰਨਾ, ਕੀ ਸਮੁੰਦਰ ਨੂੰ ਕੀੜੀ ਪਾਰ ਕਰ ਸਕਦੀ ਹੈ? ਕਦੇ ਵੀ ਨਹੀਂ ਕਰ ਸਕਦੀ। ਭਾਵੇਂ ਕਹੀ ਜਾਵੇ ਕੀੜੀ, ਪਰ ਕਿਸੇ ਵੀ ਤਰੀਕੇ ਕੀੜੀ ਸਮੁੰਦਰ ਪਾਰ ਨਹੀਂ ਕਰ ਸਕਦੀ। ਕਹਿੰਦੇ ਆਪ ਜਿਹ ਵਿਦ ਬੈਕੁੰਠ ਸਿਧਾਰੇ। ਹੁਣ ਮੈਂ ਤੁਹਾਨੂੰ ਕਹਿੰਦੇ ਕਵੀ ਜੀ ਕਹਿੰਦੇ ਉਹ ਸਮਾਂ, ਉਹ ਪ੍ਰਸੰਗ ਦੱਸਦਾ ਹਾਂ ਜਿਸ ਤਰੀਕੇ ਗੁਰੂ ਨਾਨਕ ਜੀ ਸੱਚਖੰਡ ਨੂੰ ਗਏ। ਦੇਖੋ ਕਿੱਡੀ ਵੱਡੀ ਨਿਮਰਤਾ ਉਹਨਾਂ ਦੀ। ਉਹ ਕੋਈ ਇਕੱਲੀ ਨਿਮਰਤਾ ਵੀ ਨਹੀਂ, ਉਹ ਬਿਲਕੁਲ ਜਾਣ ਰਹੇ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਤਿਹਾਸ ਹੈ ਪਰੇ ਤੋਂ ਪਰੇ ਹੈ। ਬਹੁਤ ਸਾਰੀਆਂ ਐਸੀਆਂ ਸਾਖੀਆਂ ਮਿਲਦੀਆਂ ਨੇ ਜੋ
ਇਹਨਾਂ ਪੁਰਾਤਨ ਗ੍ਰੰਥਾਂ ਵਿੱਚ ਕੋਈ ਸਾਖੀ ਕਿਸੇ ਹੋਰ ਗ੍ਰੰਥ 'ਚੋਂ ਮਿਲ ਜਾਂਦੀ ਹੈ, ਕੋਈ ਕਿਸੇ ਹੋਰ 'ਚੋਂ ਮਿਲਦੀ, ਸਾਰੀਆਂ ਇੱਕ ਥਾਂ ਇਕੱਠੀਆਂ ਨਹੀਂ ਮਿਲਦੀਆਂ। ਕਵੀ ਸੰਤੋਖ ਸਿੰਘ ਜੀ ਨੇ ਬਹੁਤ ਯਤਨ ਕੀਤਾ ਇਤਿਹਾਸ ਇਕੱਠਾ ਕਰਨ ਦਾ, ਪਰ ਸਾਧ ਸੰਗਤ ਜੀ ਫਿਰ ਵੀ ਬਹੁਤ ਸਾਰੇ ਐਸੇ ਪ੍ਰਸੰਗ ਹਨ ਜੋ ਸ੍ਰੀ ਗੁਰਪ੍ਰਤਾਪ ਵਿੱਚ ਨਹੀਂ ਪ੍ਰਾਪਤ ਹੁੰਦੇ। ਹੁਣ ਤੱਕ ਨਵੇਂ ਇਤਿਹਾਸ ਦੇ ਪ੍ਰਸੰਗ ਲੱਭਦੇ ਜਾ ਰਹੇ ਹੈ। ਹੋ ਸਕਦਾ ਹੈ ਸਮਾਂ ਬੀਤਦਾ ਜਾਏ, ਆਉਣ ਵਾਲੇ ਸਮੇਂ ਵਿੱਚ ਕੁਝ ਐਸੀਆਂ ਸਾਖੀਆਂ ਇਤਿਹਾਸਕ ਘਟਨਾਵਾਂ ਸਾਹਮਣੇ ਆਉਣ ਜੋ ਅੱਜ ਸਾਨੂੰ ਨਹੀਂ ਪਤਾ। ਤਾਂ ਕਰਕੇ ਕਵੀ ਜੀ ਆਪਣੀ ਅਸਮਰੱਥਤਾ ਦੱਸ ਰਹੇ ਹਨ ਵੀ ਜਿੰਨੀ ਕੁ ਮੇਰੀ ਮੱਤ ਸੀ ਉਨੀ ਕੁ ਮੈਂ ਯਤਨ ਕੀਤਾ, ਪਰ ਮੈਂ ਛੋਟਾ, ਮੈਂ ਕਿੰਨਾ ਕੁ ਸਮਰੱਥਾ, ਕਿੰਨੀ ਕੁ ਤਾਕਤ, ਕਿਤਨੇ ਕੁ ਯਤਨ, ਕਿਤਨਾ ਕੁ ਬਲ ਬੁੱਧੀ ਨਾਲ ਗੁਰੂ ਨਾਨਕ ਸਾਹਿਬ ਬਾਰੇ ਜਾਣ ਸਕਦਾ ਹੈ। ਅਤੇ ਇਉਂ ਹੈ ਜਿਵੇਂ ਕੀੜੀ ਸਮੁੰਦਰ ਪਾਰ ਕਰਨਾ ਚਾਹੇ। ਕਹਿਣ ਦਾ ਭਾਵ ਮੈਂ ਗੁਰੂ ਜੀ ਬਾਰੇ ਪੂਰਾ ਨਹੀਂ ਲਿਖ ਸਕਦਾ, ਜਿੰਨਾ ਕੁ ਇਹਨਾਂ ਦੇ ਕੋਲ ਇਤਿਹਾਸਕ ਮਸਾਲਾ, ਇਤਿਹਾਸਕ ਪੁਰਾਤਨ ਲਿਖਤਾਂ ਜਿੰਨੀਆਂ ਕੁ ਮਿਲੀਆਂ, ਬਜ਼ੁਰਗਾਂ ਦੇ ਕੋਲੋਂ ਸੁਣਿਆ, ਜਾਂ ਜੋ ਕੁਝ ਆਪ ਜਾਣਦੇ ਸਨ, ਅਸਥਾਨਾਂ ਤੋਂ ਦਰਸ਼ਨ ਕੀਤੇ, ਉਹ ਇਹਨਾਂ ਨੇ ਇਕੱਠਾ ਕਰਕੇ ਲਿਖ ਦਿੱਤਾ। ਪਰ ਇਹ ਵੀ ਜਾਣਦੇ ਸਨ ਇਤਿਹਾਸ ਕਿਸੇ ਇਕੱਲੇ ਕਹਿਰੇ ਬੰਦੇ ਦਾ ਕੰਮ ਨਹੀਂ ਹੁੰਦਾ। ਇਤਿਹਾਸ ਲਿਖਣ ਦੇ ਲਈ ਸਦੀਆਂ ਲੱਗ ਜਾਂਦੀਆਂ ਹਨ, ਔਰ ਇਤਿਹਾਸ ਇੱਕ ਐਸੀ ਚੀਜ਼ ਹੈ ਜੋ ਕਦੇ ਪੂਰੀ ਨਹੀਂ ਹੋਣ ਵਾਲੀ। ਜੇ ਆਖ ਦੇਵੇ ਵੀ ਲੈ ਵੀ ਆਹ ਆਖਰੀ ਕਿਤਾਬ ਹੈ, ਇੱਦੋਂ ਬਾਅਦ ਕੋਈ ਆ ਨਹੀਂ ਸਕਦੀ, ਇੱਦਾਂ ਨਹੀਂ ਹੋ ਸਕਦਾ। ਇਹ ਕਰਮ ਸਿੰਘ ਹਿਸਟੋਰੀਅਨ ਲਿਖਦੇ ਆ ਇਸ ਗੱਲ ਨੂੰ। ਇਸ ਲਈ ਕਵੀ ਜੀ ਬੜਾ ਸੋਹਣਾ ਜਦੋਂ ਗੱਲ ਗੁਰੂ ਜੀ ਦੀ ਕਰਦੇ ਅਤੇ ਉਹ ਕਹਿ ਦਿੰਦੇ ਵੀ ਜਿੰਨਾ ਕੁ ਮੈਨੂੰ ਪਤਾ ਸੀ ਮੈਂ ਲਿਖ ਦਿੱਤਾ, ਮੇਰੀ ਸਮਰੱਥਾ ਇੰਨੀ ਸੀ। ਅਤੇ ਹੁਣ ਜਿੰਨੇ ਕੁ ਪ੍ਰਸੰਗ ਮੈਨੂੰ ਪਤਾ ਸੀ ਕਹਿੰਦੇ ਮੈਂ ਲਿਖ ਦਿੱਤੇ, ਅਤੇ ਹੁਣ ਅੱਗੇ ਇਸ ਤੋਂ ਬਾਅਦ ਆਉਣ ਵਾਲੇ ਵਿਦਵਾਨ ਜੋ ਲਿਖਣਗੇ ਸੰਗਤ ਸੁਣਦੀ ਰਹੇਗੀ। ਹੁਣ ਕਵੀ ਜੀ ਕਹਿੰਦੇ ਮੈਂ ਗੁਰੂ ਨਾਨਕ ਦੇਵ ਜੀ ਦਾ ਬੈਕੁੰਠ ਜਾਣ ਦਾ, ਸੱਚਖੰਡ ਗਮਨ ਦਾ, ਸੱਚਖੰਡ ਪਿਆਨੇ ਦਾ ਇਤਿਹਾਸ ਮੈਂ ਆਪ ਜੀ ਨੂੰ ਸੁਣਾਵਾਂਗਾ। ਸਾਧ ਸੰਗਤ ਜੀ ਕਹਿੰਦੇ ਜਿਉਂ ਮੈਨੂੰ ਜਿਵੇਂ ਪਤਾ ਲੱਗਿਆ, ਕਵੀ ਸੰਤੋਖ ਸਿੰਘ ਜੀ ਕਹਿੰਦੇ ਉਸ ਤਰੀਕੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਪਿਆਰ ਨਾਲ ਸੁਣੋ। ਹੁਣ ਦੱਸ ਰਹੇ ਨੇ, ਇਹ ਤਾਂ ਪਹਿਲਾਂ ਵੀ ਦੱਸ ਗਏ ਕਿ ਕਰਤਾਰਪੁਰ ਸਾਹਿਬ ਜਿੱਥੇ ਧਰਮਸ਼ਾਲਾ ਹੈ, ਗੁਰਦੁਆਰਾ ਹੈ, ਉਹਦੇ ਦਰਵਾਜ਼ੇ 'ਤੇ ਵੱਡਾ ਇੱਕ ਪਿੱਪਲ ਦਾ ਦਰਖਤ ਸੀ। ਉੱਥੇ ਗੁਰੂ ਨਾਨਕ ਜੀ ਬੈਠਦੇ ਹੁੰਦੇ ਸਨ, ਸੰਗਤ ਨੂੰ ਉਪਦੇਸ਼ ਦਿੰਦੇ ਸਨ। ਕਹਿੰਦੇ ਹੁਣ ਦੱਸਦੇ ਆ, ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਰਹਿ ਗਿਆ ਹੈ, ਕਰਤਾਰਪੁਰ ਸਾਹਿਬ ਜਿਹਦਾ ਪਿੱਛੇ ਜੇ ਕੋਰੀਡੋਰ ਖੁੱਲ੍ਹਣ ਦੇ ਨਾਲ ਸੰਗਤਾਂ ਦਰਸ਼ਨ ਵੀ ਕਰ ਲੈਂਦੀਆਂ ਨੇ, ਉਸ ਕਰਤਾਰਪੁਰ ਦੀ ਗੱਲ ਹੈ। ਬਾਹਰ ਧਰਮਸ਼ਾਲਾ ਗੁਰਦੁਆਰੇ ਦੇ ਬਾਹਰ ਪਿੱਪਲ ਦੇ ਬ੍ਰਿਕਸ਼ ਦੇ ਹੇਠਾਂ ਗੁਰੂ ਨਾਨਕ ਦੇਵ ਜੀ ਬੈਠੇ ਹਨ। ਦਿਨ ਦਾ ਵੇਲਾ ਹੈ, ਸਵੇਰੇ ਗੁਰੂ ਨਾਨਕ ਦੇਵ ਜੀ ਬੈਠੇ ਹਨ। ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਜਿਹੜੀਆਂ ਮੱਝਾਂ ਨੇ ਅਤੇ ਗਾਈਆਂ ਨੇ, ਇਹਨਾਂ ਨੂੰ ਭੁੱਖ ਲੱਗੀ ਹੈ। ਦਿਨ ਦੀ ਗੱਲ ਹੈ, ਦੇਖੋ ਕਿੱਡੀ ਵੱਡੀ ਇਹ ਮਹਾਰਾਜ ਜੀ ਦੀ ਦ੍ਰਿਸ਼ਟੀ ਹੈ। ਇਕੱਲਾ ਸੰਗਤ ਦਾ ਨਹੀਂ ਜਾਂ ਬੰਦਿਆਂ ਦਾ ਨਹੀਂ, ਉਹਨਾਂ ਨੂੰ ਪਸ਼ੂ ਪੰਛੀਆਂ ਦੀ ਵੀ ਖਬਰ ਹੈ ਕਿ ਕਿਸ ਚੀਜ਼ ਨੂੰ ਕੀ ਜ਼ਰੂਰਤ ਹੈ। ਆਪਣੇ ਗੁਰੂ ਘਰ ਦੇ ਅੰਦਰ ਜੋ ਗਾਈਆਂ ਮੱਝਾਂ ਸਨ, ਦੇਖਿਆ ਇਹਨਾਂ ਦੇ ਪੇਟ ਭੁੱਖੇ ਹਨ, ਇਹਨਾਂ ਨੂੰ ਲੋੜ ਹੈ ਘਾਹ ਦੀ। ਗੁਰੂ ਜੀ ਦਾ ਮਨ ਬੜਾ ਕੋਮਲ, ਪਿਆਰ ਵਾਲਾ, ਜੀਵਾਂ 'ਤੇ ਬਹੁਤ ਵੱਡੀ ਦਇਆ ਕਰਦੇ ਸਨ। ਆਪ ਜੀ ਨੇ ਵੇਖਿਆ ਕਿ ਇਹਨਾਂ ਦੇ ਕੋਲ ਘਾਹ ਨਹੀਂ ਹੈ। ਗੁਰੂ ਜੀ ਦਾ ਇੱਕ ਸੇਵਕ ਸੀ, ਉਹਦਾ ਨਾਂ ਸੀ ਕਮਲਾ। ਕਮਲਾ ਕਹਿੰਦੇ ਸੀ ਉਹਨੂੰ, ਭਾਈ ਕਮਲਾ ਜੀ। ਉਹ ਸੇਵਕ ਇਤਨੇ ਨੂੰ ਆ ਗਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਕਮਲੇ ਸੇਵਕ ਨੂੰ ਬੁਲਾਇਆ
ਕਿ ਭਾਈ ਕਮਲੇ ਇੱਥੇ ਆ। ਉਹ ਭਾਈ ਕਮਲੇ ਦੀ ਜ਼ਿੰਮੇਵਾਰੀ ਸੀ ਗਾਵਾਂ ਮੱਝਾਂ ਦੇ, ਉਹ ਘਾਹ ਪੱਠਾ ਉਹਨਾਂ ਦਾ ਕਰਦਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਕਮਲੇ ਨੂੰ ਬੁਲਾ ਕੇ ਆਖਿਆ, ਕਹਿੰਦੇ ਕਮਲਿਆ ਕਿੱਧਰ ਘੁੰਮਦਾ ਫਿਰਦਾ ਮਸਤਾਨਿਆ, ਗਾਈਆਂ ਮੱਝਾਂ ਨੂੰ ਅੱਜ ਘਾਹ ਨਹੀਂ ਪਾਇਆ, ਇਹਨਾਂ ਨੂੰ ਜੋ ਇਹਨਾਂ ਦੀ ਖੁਰਾਕ ਹੈ ਉਹ ਨਹੀਂ ਦਿੱਤੀ, ਕੀ ਗੱਲ? ਕਹਿੰਦਾ ਮਹਾਰਾਜ ਜੀ ਘਾਹ ਲਿਆਉਣ ਵਾਲਾ ਹੈ। ਗੁਰੂ ਜੀ ਕਹਿੰਦੇ ਭਾਈ ਆਪਣਾ ਜਿਹੜੀ ਸੇਵਾ ਹੋਵੇ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ। ਜਾਓ ਆਪਣੀ ਜੂਹ ਵਿੱਚ ਜਾ ਕੇ ਆਪਣੇ ਟਿਕਾਣੇ ਜਿੱਥੇ ਆਪਣੀ ਮਾਲ ਗੁਜ਼ਾਰ ਹੈ, ਜਿੱਥੇ ਆਪਾਂ ਗਾਵਾਂ ਮੱਝਾਂ ਦੇ ਲਈ ਫਸਲ ਬੀਜੀ ਹੈ, ਉੱਥੋਂ ਜਾ ਕੇ ਲਿਆਓ, ਫਿਰ ਇਹਨਾਂ ਨੂੰ ਪਾਓ ਲਿਆ ਕੇ। ਉਹਨਾਂ ਨੇ ਗੁਰੂ ਜੀ ਦਾ ਬਚਨ ਸੁਣਿਆ, ਸਾਧ ਸੰਗਤ ਜੀ ਸੁਣ ਕੇ ਚਲੇ ਗਏ ਗਾਵਾਂ ਦੇ ਲਈ ਚਾਰਾ ਪੱਠਾ ਲੈਣ ਲਈ। ਜਿਸ ਜਗ੍ਹਾ ਦੇ ਉੱਤੇ ਬਹੁਤ ਸਾਰਾ ਘਾਹ, ਹਰਾ ਹਰਾ ਘਾਹ ਹੈ, ਉੱਥੇ ਪਹੁੰਚ ਗਏ। ਗੁਰੂ ਜੀ ਦੀ ਆਗਿਆ ਨੂੰ ਸੁਣ ਕੇ, ਸੁਣੀ ਨਾ ਵੀ ਮਹਾਰਾਜ ਨੇ ਆਖਿਆ ਲਿਆ, ਦਾਤਰੀ ਨਾਲ ਲੈ ਗਿਆ, ਬੈਠਾ ਤੇ ਘਾਹ ਵੱਢਣ ਲੱਗਾ ਹੈ। ਬੜੀ ਅਨੋਖੀ ਜੀ ਘਟਨਾ ਘਟੀ, ਇਹ ਵੀ ਸੁਣਨ ਵਾਲੀ ਹੈ ਤੁਹਾਡੇ ਸਾਰਿਆਂ ਦੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਜਦੋਂ ਘਾਹ ਵੱਢਣ ਲੱਗਾ ਨਾ, ਇਹਨੂੰ 3 ਯੋਗੀ ਸੰਤ ਫਕੀਰ ਮਿਲੇ, 3 ਸਾਧੂ ਮਿਲੇ ਹਨ। ਹਾਂ, ਕਮਲੇ ਨੇ ਵਾਰ ਨੂੰ ਵੇਖਿਆ ਹੈ। ਉਸ ਵੇਲੇ ਇਹਨਾਂ ਨੇ ਆਵਾਜ਼ ਮਾਰੀ, ਸਾਧੂਆਂ ਨੇ, ਭਾਈ ਕਮਲਿਆ ਇੱਥੇ ਆ ਬਈ ਗੁਰਮੁਖਾ। ਇਹਨੇ ਜਦੋਂ ਆਵਾਜ਼ ਸੁਣੀ, ਆਪਣਾ ਨਾਂ ਸੁਣਿਆ ਹੈ, ਇਹ ਕੋਲ ਚਲਾ ਗਿਆ। ਇਹਨੇ ਜਾ ਕੇ ਆਖਿਆ, ਮਹਾਂਪੁਰਸ਼ੋ ਸੰਤ ਜੀ ਕੀ ਗੱਲ, ਕਿਉਂ ਬੁਲਾਇਆ? ਉਹਨਾਂ ਨੇ ਕੋਲ ਬੁਲਾ ਕੇ ਇਹਨੂੰ ਆਖਿਆ, ਕਹਿੰਦੇ ਭਾਈ ਕਮਲੇ ਇੱਕ ਕੰਮ ਹੈ ਤੇਰੇ ਤਾਈਂ, ਸਾਡਾ ਇੱਕ ਕੰਮ ਹੈ, ਕਰ ਦੇਗਾ? ਕਹਿੰਦਾ ਜੀ ਦੱਸੋ। ਕਹਿੰਦਾ ਜੀ ਦੱਸੋ ਸੰਤ ਜੀ ਕੀ ਗੱਲ ਹੈ ਮੇਰੇ ਤਾਈਂ, ਜੇ ਮੈਂ ਕਰ ਸਕਦਾ ਤੇ ਜ਼ਰੂਰ ਕਰਾਂਗਾ, ਸਾਧੂ ਕਿਉਂ ਨਹੀਂ ਕਰਾਂਗਾ ਮੈਂ ਕੰਮ? ਉਹ ਕਹਿੰਦੇ ਵੀ ਬਈ ਆਹ ਇੱਕ ਉਹਨਾਂ ਇੱਕ ਕੱਪੜੇ ਦੇ ਵਿੱਚ ਕੁਝ ਬੰਨਿਆ ਹੋਇਆ ਸੀ, ਕੱਪੜਾ ਸੀ ਉਹਦੇ ਵਿੱਚ ਕੁਝ ਬੰਨਿਆ ਹੋਇਆ ਸੀ, ਗਠੜੀ ਸੀ ਛੋਟੀ। ਕਹਿੰਦੇ ਸਾਡੀ ਇਹ ਗੰਢ ਗਠੜੀ ਲੈ ਜਾ, ਇਹ ਸਾਡੀ ਵਸਤੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੇ ਦੇ। ਇਉਂ ਆਖਿਆ। ਉਹ ਕਹਿੰਦਾ ਕੀ ਹੈ ਇਹ, ਕਿਉਂ ਦੇ ਰਹੇ ਮਹਾਰਾਜ ਸੰਤ ਜੀ? ਉਹ ਕਹਿੰਦੇ ਵੀ ਜਦੋਂ ਤੂੰ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਦਿਖਾਏਂਗਾ ਨਾ, ਉਦੋਂ ਫਿਰ ਉਹ ਆਪੇ ਹੀ ਸਮਝ ਜਾਣਗੇ, ਤੈਨੂੰ ਕੁਝ ਕਹਿਣ ਦੀ ਲੋੜ ਨਹੀਂ। ਤੇ ਜਦੋਂ ਉਹ ਜਿਹੜੀ ਗੱਲ ਆਖਣਗੇ ਉਹ ਆ ਕੇ ਤੂੰ ਸਾਨੂੰ ਦੱਸਣੀ ਹੈ। ਉਹ ਕਹਿੰਦਾ ਵੀ ਕਿਉਂ, ਤੁਸੀਂ ਚੱਲ ਜਾਓ ਆਪ। ਉਹ ਕਹਿੰਦੇ ਕੰਮ ਇੱਦਾਂ ਦਾ ਵੀ ਸਾਡੀ ਤਾਕਤ ਨਹੀਂ, ਅਸੀਂ ਉਹਨਾਂ ਨੂੰ ਕਹਿ ਦਈਏ, ਸਾਡੀ ਡਿਊਟੀ ਲਾਈ ਸੀ ਉਹਨਾਂ ਨੇ ਆਉਣ ਲੱਗਿਆਂ ਵੀ ਇੰਨੇ ਟਾਈਮ 'ਤੇ ਮੈਨੂੰ ਇਹ ਗੱਲ ਤੁਸੀਂ ਸੇਵਾ ਤੁਹਾਡੀ ਵੀ ਆਹ ਯਾਦ ਕਰਾਉਣੀ ਆ, ਗੱਲ ਭੁੱਲੇ ਤੇ ਹੈ ਨਹੀਂ, ਸੇਵਾ ਹੁੰਦੀ ਹੈ। 3 ਦੇਵਤੇ ਸੀ ਵੱਡੇ ਜਿਹੜੇ। ਉਹ ਕਹਿੰਦੇ ਸਾਡੀ ਤਾਕਤ ਨਹੀਂ ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਕਹਿ ਦਈਏ ਵੀ ਮਹਾਰਾਜ ਤੁਹਾਡਾ ਹੁਣ ਸਮਾਂ ਆ ਗਿਆ ਸੱਚਖੰਡ ਜਾਣ ਦਾ, ਚਲੋ ਆਪਣੇ ਸੱਚਖੰਡ ਨੂੰ ਜਾ ਕੇ ਸਾਹਮੋ, ਸੱਚੇ ਪਾਤਸ਼ਾਹ ਤੁਹਾਡੀ ਉਡੀਕ ਹੋ ਰਹੀ ਹੈ। ਉਹ ਕਹਿੰਦੇ ਵੀ ਅਸੀਂ ਕਹਿ ਨਹੀਂ ਸਕਦੇ ਜਾ ਕੇ ਵੀ ਸਿੱਧੇ ਕਹਿ ਦਈਏ, ਤੂੰ ਸਾਡੀ ਇੱਕ ਚੀਜ਼ ਲੈ ਜਾ ਕੇ ਉਹਨਾਂ ਦੇ ਅੱਗੇ ਰੱਖ ਦੀ, ਆਪੇ ਸਮਝ ਜਾਣਗੇ, ਤੇ ਬਾਕੀ ਜੋ ਅੱਗੋਂ ਹੁਕਮ ਕਰਨਗੇ ਅਸੀਂ ਸਾਨੂੰ ਦੱਸ ਦੇਈਂ। ਦੇਖੋ ਕਿੱਡੀ ਵੱਡੀ ਗੱਲ ਹੈ।
ਗੁਰੂ ਨਾਨਕ ਦੇ ਨੌਕਰਾਂ, ਗੁਰੂ ਨਾਨਕ ਦੇ ਸੇਵਾਦਾਰਾਂ ਨਾਲ ਦੇਵਤੇ ਗੱਲ ਕਰਦੇ ਆ। ਵੱਡੇ ਦੇਵਤੇ ਉਹਨਾਂ ਦੀ ਇੰਨੀ ਨਹੀਂ ਵੀ ਗੁਰੂ ਨਾਨਕ ਸਾਹਿਬ ਕੋਲ ਸਿੱਧੇ ਚਲੇ ਜਾਣ। ਗੁਰੂ ਨਾਨਕ ਦੇ ਨਾਲ ਗੱਲ ਕਰਨ ਦੇ ਲਈ ਵਲ ਵਿੰਗ ਪਾਉਂਦੇ ਆ ਅੱਗੋਂ ਦੀ, ਇਹ ਸਮਝ ਲਓ। ਤੇ ਕਹਿੰਦੇ ਵੀ ਜੋ ਗੁਰੂ ਜੀ ਕਹਿਣਗੇ ਉਹ ਸਾਨੂੰ ਦੱਸ ਦੇਈਂ। ਤੇ ਬਈ ਹੁਣ ਮੌਕਾ ਤੂੰ ਦੇਰੀ ਨਾ ਲਾ, ਛੇਤੀ ਗੁਰੂ ਜੀ ਕੋਲ ਜਾ, ਸਾਡੀ ਇਹ ਗੱਲ ਹੈ, ਸਾਡਾ ਇਹ ਸੁਨੇਹਾ ਲੈ ਜਾ। ਤੇ ਉਹਨਾਂ ਦੀ ਜਿਹੜੀ ਵੀ ਗੱਲ ਹੈ, ਜੋ ਵੀ ਹੈ, ਉਹ ਸਾਨੂੰ ਦੱਸ ਦੇ। ਅੱਗੋਂ ਕਮਲੇ ਨੇ ਜਦੋਂ ਵੇਖਿਆ ਨਾ ਉਹਨਾਂ ਵੱਲ ਸਰੂਪ, ਤਿੰਨੇ ਸਾਧੂ ਬੜੇ ਸ਼ੋਭਾ ਵਾਲੇ, ਬੜਾ ਸੁੰਦਰ ਸਰੂਪ ਦੇਵਤੇ ਆ। ਦੇਵੀ ਜਿਹੜਾ ਸਰੂਪ ਹੁੰਦਾ ਬੜਾ ਸੁੰਦਰ ਹੁੰਦਾ ਹੈ। ਦਿਵ ਸਰੂਪ ਵੇਖ ਕੇ ਕਮਲਾ ਸਾਧੂਆਂ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੋਇਆ। ਉਸ ਵੇਲੇ ਫਿਰ ਇਹਦੇ ਮਨ ਵਿੱਚ ਗੱਲ ਆਈ ਔਰ ਹੈਰਾਨ ਜਿਹਾ ਰਹਿ ਗਿਆ। ਸੋਚਦਾ ਹੈ ਵੀ ਕੌਣ ਹੋ ਸਕਦੇ, ਇਹ ਤਾਂ ਇਉਂ ਲੱਗਦੇ ਜਿਵੇਂ ਕੋਈ ਦੇਵਤੇ ਹੀ ਹੋਣ, ਅਸਮਾਨੀ ਆਏ ਹੋਏ। ਜਦੋਂ ਉਹਨਾਂ ਦੀ ਗੱਲ ਸੁਣ ਕੇ ਜਾਣ ਲੱਗਾ ਨਾ, ਤੇ ਮਨ ਵਿੱਚ ਕਮਲੇ ਦੇ ਇੱਕ ਗੱਲ ਆ ਗਈ। ਗਿਆ ਨਾ ਉਹਨਾਂ ਦੀ ਚੀਜ਼ ਲੈ ਕੇ, ਉਹਨਾਂ ਨੂੰ ਅੱਗੋਂ ਮੁੜ ਕੇ ਕਹਿਣ ਲੱਗਾ ਵੀ ਮੇਰੀ ਗੱਲ ਸੁਣੋ ਇੱਕ, ਪਹਿਲਾਂ ਤੁਸੀਂ ਕਹਿੰਦੇ ਕਿਹੜੀ ਗੱਲ? ਕਹਿੰਦਾ ਵੀ ਮੈਨੂੰ ਗੁਰੂ ਜੀ ਨੇ ਇੱਕ ਕੰਮ ਭੇਜਿਆ। ਕਹਿੰਦੇ ਕਿਹੜਾ ਕੰਮ? ਇਹੋ ਜਿਹਾ ਕਿਹੜਾ? ਉਹ ਕਹਿੰਦਾ ਘਾਹ ਵੱਢਣ ਭੇਜਿਆ ਮੈਨੂੰ ਗੁਰੂ ਜੀ ਨੇ। ਕਹਿੰਦਾ ਜਿੰਨਾ ਸਮਾਂ ਪੰਡ ਪੂਰੀ ਨਹੀਂ ਹੁੰਦੀ ਮੈਂ ਨਹੀਂ ਜਾਣਾ, ਜੇ ਕਾਹਲੀ ਆਪ ਚੱਲ ਜਾਓ, ਮੈਂ ਤੇ ਘਾਹ ਪੂਰੀ ਪੰਡ ਲੈ ਕੇ ਜਾਊਂ, ਮੈਂ ਗੁਰੂ ਜੀ ਦੀ ਆਗਿਆ ਤੋਂ ਬਿਨਾਂ ਜਾ ਨਹੀਂ ਸਕਦਾ। ਉਹਨਾਂ ਨੇ ਆਖਿਆ ਸੀ ਕੰਮ ਲਿਆ, ਜਾ ਇੱਕ ਘਾਹ ਦੀ ਪੰਡ ਲਿਆ ਵੱਢ ਕੇ, ਮੈਂ ਖਾਲੀ ਕਿਵੇਂ ਜਾਵਾਂ? ਹੁਕਮ ਤੋਂ ਬਾਹਰ ਨਹੀਂ ਮੈਂ ਹੋ ਸਕਦਾ। ਉਹ ਕਹਿੰਦੇ ਕਿੰਨਾ ਕੁ ਟਾਈਮ ਲੱਗੂਗਾ? ਉਹ ਕਹਿੰਦਾ ਮੈਂ ਤੇ ਮਸਤੀ ਨਾਲ ਵੱਢੂੰਗਾ, 4-5 ਘੰਟੇ ਲਾ ਦੇਣੇ ਆ। ਸਾਫ਼ ਜੇ ਵੱਢੂ, ਵਿੱਚੋਂ ਜਿਹੜੇ ਨਾ ਸਾਫ਼ ਲੱਗੇ ਮੈਂ ਉਹ ਵੱਢਣੇ ਨੇ। ਗੁਰੂ ਸਾਹਿਬ ਦੀਆਂ ਗਾਈਆਂ ਮੱਝਾਂ ਨੇ, ਦੁੱਧ ਸੰਗਤ ਨੇ ਵਰਤਣਾ, ਉਹ ਵਧੀਆ ਹਰੇ ਛਾਂਟ ਕੇ ਵੱਢੂ। ਤੇ ਜਦੋਂ ਵੱਢੂਗਾ ਉਦੋਂ ਵੱਢ ਲੂੰ, ਤੇ ਜਦੋਂ ਮੈਨੂੰ ਦਮ ਜਿਹਾ ਚੜ੍ਹ ਗਿਆ ਹਟ ਜਾਊਂਗਾ। ਮੈਂ ਕੋਈ ਇੱਦਾਂ ਤੇ ਕਰਨਾ ਨਹੀਂ, ਮੈਨੂੰ 2 ਪੈਰ ਲੱਗ ਜਾਣੇ ਹਨ। ਤੇ ਫੇਰ ਤੁਹਾਡਾ ਸੁਨੇਹਾ ਮੈਂ ਲੈ ਜਾਵਾਂਗਾ। ਦੁਬਾਰਾ ਪੜ੍ਹ ਦਿਓ। ਇਹ ਫਿਰ ਦੈਵੀ ਪੁਰਸ਼ ਸਨ ਜਿਹੜੇ, ਇਹਨਾਂ ਨੇ ਦੇਖਿਆ ਵੀ ਇਹਨੇ ਜਾਣਾ ਵੀ ਨਹੀਂ, ਸਾਡਾ ਸੁਨੇਹਾ ਲੈ ਕੇ ਹੁਕਮ ਦਾ ਵੀ ਇਹ ਬੱਝਿਆ ਹੋਇਆ, ਤੇ ਘਾਹ ਇਹ ਸਾਫ਼ ਵੱਢੇਗਾ ਤੇ ਟਾਈਮ ਵੀ ਲੱਗੇਗਾ ਇਹਨੂੰ। ਉਹਨਾਂ ਨੇ ਫਿਰ ਉਸ ਵੇਲੇ ਇੱਥੇ ਫਿਰ ਦੱਸਿਆ ਕਿ ਇੱਕ ਕਵੀ ਜੀ ਨੇ ਫਿਰ ਇੱਥੇ ਚਮਤਕਾਰੀ ਢੰਗ ਨਾਲ ਉਹ ਸਾਰੀ ਘਟਨਾ ਨੂੰ ਲਿਖਿਆ। ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਫਿਰ ਸਾਧੂ ਨੇ, ਜੋਗੀ ਨੇ। ਜੋਗੀ ਇਹਨਾਂ ਚੀਜ਼ਾਂ 'ਚ ਬੜੇ ਰਿੱਧੀਆਂ ਸਿੱਧੀਆਂ ਜ਼ਿਆਦਾ ਹੀ ਵਰਤਾਉਂਦੇ ਆ। ਗੁਰੂ ਘਰ ਦੇ ਵਿੱਚ ਇਹਦੀ ਮਨਾਹੀ ਹੈ ਵੀ ਛੋਟੀ ਗੱਲ ਲਈ ਤਾਕਤਾਂ ਕਰਾਮਾਤਾਂ ਨਹੀਂ ਵਰਤਾਉਣੀਆਂ। ਪਰ ਉਸ ਦੇਵਤੇ ਨੇ ਦੇਖਿਆ, ਦੈਵੀ ਪੁਰਸ਼ ਨੇ, ਕਿ ਇੱਦਾਂ ਤੇ ਬੜਾ ਟਾਈਮ ਲਾ ਦੇਗਾ। ਉਹਨੇ ਕੀ ਕੀਤਾ, ਇੱਕ ਮੁੱਠੀ ਘਾਹ ਦੀ ਲਈ ਹੈ ਤੇ ਮੁੱਠੀ ਭਰ ਕੇ ਉਹ ਕੱਪੜੇ 'ਚ ਰੱਖ ਦਿੱਤੀ। ਤੇ ਜਦੋਂ ਕੱਪੜੇ 'ਚ ਰੱਖੀ ਤੇ ਹਰਾ ਘਾਹ ਦਾ ਵੱਡਾ ਗੱਠਾ ਲੱਗ ਗਿਆ। ਕਹਿੰਦੇ ਲੈ ਖੁਸ਼ ਹੈ ਹੁਣ? ਕਹਿੰਦਾ ਤਾਂ ਗੱਲ ਬਣ ਗਈ, ਛੇਤੀ ਹੋ ਗਿਆ ਕੰਮ। ਕਹਿੰਦੇ ਚੱਕ ਫਿਰ ਹੁਣ ਜਾ, ਚੱਲ ਜਾ, ਤੇ ਨਾਲ ਸਾਡਾ ਕੰਮ ਵੀ ਛੇਤੀ ਕਰ ਦੇ। ਇਹਨੇ ਪੰਡ ਚੁੱਕ ਲਈ ਤੇ ਬੜਾ ਹੈਰਾਨ ਹੋ ਗਿਆ ਵੀ ਇਹ ਤੇ ਬੰਦੇ ਬਈ ਕੋਈ ਇਹ ਤਕੜੇ ਹੀ ਹੈ, ਕੋਈ ਦੈਵੀ ਬੰਦੇ ਹੈ, ਤਾਕਤਾਂ ਵਾਲੇ ਕਰਾਮਾਤੀ ਸਾਧੂ ਹਨ। ਇਹਨੇ ਵੇਖਿਆ ਵੀ ਇਹਨਾਂ ਦੇ ਚਿਹਰੇ ਦਾ ਤੇਜ ਪ੍ਰਭਾਵ ਵੀ ਬੜਾ ਹੈ,
ਫਿਰ ਮੈਂ ਇਹਨਾਂ ਦੀ ਸ਼ਕਤੀ ਅਜ਼ਮਤ ਵੀ ਪ੍ਰਤੱਖ ਵੇਖ ਲਈ ਹੈ, ਪਰ ਪਤਾ ਨਹੀਂ ਲੱਗਦਾ ਹੈ ਕੌਣ ਇਹ, ਭੇਦ ਨਹੀਂ ਦਿੰਦੇ ਕੌਣ ਹਨ। ਤੇ ਇਸ ਤਰ੍ਹਾਂ ਸੋਚਦਾ ਜਾਂਦਾ ਹੈ। ਪੰਡ ਚੁੱਕ ਲਈ ਸਿਰ 'ਤੇ, ਚੱਲਦਾ ਚੱਲਦਾ ਗੁਰੂ ਸਾਹਿਬ ਜੀ ਦੇ ਨਗਰ ਵਿੱਚ ਕਰਤਾਰਪੁਰ ਘਰਾਂ ਦੇ ਕੋਲ ਚਲਾ ਗਿਆ ਤੇ ਪੰਡ ਚੁੱਕ ਲਿਆਇਆ, ਘਾਹ ਦੀ ਮੱਝਾਂ ਵੱਲ ਸੁੱਟ ਦਿੱਤੀ। ਦੂਜੇ ਸੇਵਾਦਾਰਾਂ ਨੇ ਉਹਨੂੰ ਸਹੀ ਤਰੀਕੇ ਨਾਲ ਗਾਵਾਂ ਮੱਝਾਂ ਨੂੰ ਪਾ ਦਿੱਤਾ ਜਿਵੇਂ ਵੀ ਪਾਉਣਾ ਸੀ। ਇਹਨੂੰ ਵੇਖ ਕੇ ਗੁਰੂ ਨਾਨਕ ਦੇਵ ਜੀ ਬੋਲੇ, ਗੁਰੂ ਨਾਨਕ ਦੇਵ ਜੀ ਕਹਿੰਦੇ ਕਮਲਿਆ, ਤੂੰ ਤੇ ਬੜਾ ਟਾਈਮ ਲਾਉਣਾ ਹੁੰਦਾ ਘਾਹ ਲਿਆਉਣ ਨੂੰ, ਤਾਂ ਹੀ ਤੈਨੂੰ ਸਵੇਰੇ ਸਵੇਰੇ ਕਿਹਾ ਸੀ, ਤੂੰ ਤੇ ਦੁਪਹਿਰ ਕਰ ਦਿੰਦਾ ਹੁੰਦਾ, ਤੇ ਅੱਜ ਬੜੀ ਛੇਤੀ ਲੈ ਆਇਆ, ਗਿਆ ਤੇ ਆ ਗਿਆ, ਬੜੀ ਛੇਤੀ ਕੀਤੀ ਅੱਜ ਬਈ ਤੂੰ ਫੁਰਤੀ ਕੀਤੀ ਹੈ। ਗੁਰੂ ਜੀ ਥੋੜੇ ਜਿਹੇ ਮੁਸਕਰਾ ਕੇ ਕਹਿੰਦੇ ਕਿਸੇ ਦੀ ਵੱਡੀ ਤਾਂ ਨਹੀਂ ਪਈ ਸੀ, ਕਿਤੇ ਚੁੱਕ ਲਿਆ ਹੋਵੇ, ਇੱਦਾਂ ਤਾਂ ਨਹੀਂ ਕੀਤਾ ਵੀ ਕੋਈ ਵਾਢੀ ਰੱਖਿਆ ਹੋਵੇ ਤੇ ਤੂੰ ਉਹਨੂੰ ਕਿਹਾ ਮੈਨੂੰ ਜ਼ਿਆਦਾ ਕਾਹਲੀ ਆ, ਲਿਆ ਮੈਨੂੰ ਦੇ, ਨਹੀਂ ਕੀਤਾ। ਯਾਦ ਰੱਖ, ਜੇ ਵਲ ਕਰਕੇ ਧੱਕੇ ਨਾਲ ਕਿਸੇ ਦੀ ਖੋਹ ਕੇ ਲਿਆ ਜਾਂ ਕਿਸੇ ਨਾਲ ਛਲ ਕਰਕੇ ਲੈ ਕੇ ਆਇਆ ਇਹ ਘਾਹ, ਮਹਾਰਾਜ ਕਹਿੰਦੇ ਜਾਂ ਫਿਰ ਇੱਧਰ ਨਾ ਲਿਆਈ ਗੁਰੂ ਘਰ, ਗੁਰੂ ਘਰ 'ਚ ਚੋਰੀ ਦਾ ਘਾਹ ਵੀ ਨਹੀਂ ਜਾ ਸਕਦਾ ਧੱਕੇ ਦਾ। ਕਹਿੰਦੇ ਗੁਰੂ ਘਰ ਦੀਆਂ ਗਾਵਾਂ ਮੱਝਾਂ ਨੂੰ ਵੀ ਚੋਰੀ ਦਾ ਘਾਹ ਨਾ ਖਵਾਈ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਕਿੱਡੀ ਵੱਡੀ ਗੱਲ ਹੈ, ਬਹੁਤ ਸਮਝਣ ਵਾਲੀ ਗੱਲ ਹੈ। ਤੇ ਗੁਰੂ ਕਾ ਸਿੱਖ ਹੋ ਕੇ ਉਹਦੇ ਢਿੱਡ 'ਚ ਕਿਵੇਂ ਬੇਈਮਾਨੇ ਦਾ, ਰਿਸ਼ਵਤ ਦਾ ਪੈਸਾ ਪਚ ਸਕਦਾ? ਸਿੱਖ ਨਹੀਂ ਹੋ ਸਕਦਾ, ਹੋਰ ਜਿਹੜਾ ਮਰਜ਼ੀ ਹੋਵੇ। ਗੁਰੂ ਕੇ ਸਿੱਖ ਦੇ ਤੇ ਘਰ ਜਿਹੜਾ ਪਸ਼ੂ ਹੈ ਉਹ ਵੀ, ਉਹਨੂੰ ਵੀ ਯਤਨ ਪਸ਼ੂ ਵੀ ਤਾਂ ਰੱਖੇ ਜੇ ਉਹਨੂੰ ਮਿਹਨਤ ਦਾ ਕੁਝ ਖਵਾ ਸਕਦਾ, ਤੇ ਨਹੀਂ ਤੇ ਕੱਲਾ ਮਸਤ ਮੌਲਾ ਫਕੀਰ ਬਣਿਆ ਰਵੇ ਉਹ ਚੰਗਾ ਹੈ। ਕਹਿੰਦੇ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਤੇ ਵਾਪਸ ਲੈ ਜਾ, ਜਾ ਜਿੱਥੋਂ ਲਿਆਇਆ ਉਹਨੂੰ ਦੇ ਕੇ ਆ, ਉਹਦਾ ਵਾਪਸ। ਕਮਲਾ ਕਹਿਣ ਲੱਗਿਆ ਨਹੀਂ ਨਹੀਂ ਮਹਾਰਾਜ, ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਨਹੀਂ ਕਰਦਾ ਚੋਰੀ, ਤੁਹਾਡੀ ਸੰਗਤ ਕਰਦਾ ਹਾਂ ਪਾਤਸ਼ਾਹ ਜੀ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਗੁਰੂ ਕਾ ਸਿੱਖ ਕਦੇ ਪਰਾਇਆ ਹੱਕ ਨਾ ਲੈਂਦਾ ਹੈ, ਨਾ ਮਾਰਦਾ ਹੈ, ਨਾ ਉਹਦੇ ਉੱਤੇ ਹੱਕ ਰੱਖਦਾ ਹੈ ਆਪਣਾ। ਤੇ ਹਾਂ, ਜਿਹੜੀ ਤੁਸੀਂ ਗੱਲ ਆਖੀ ਵੀ ਇੰਨੀ ਛੇਤੀ ਕਿਵੇਂ ਆ ਗਿਆ, ਉਹ ਵੀ ਸੁਣ ਲਓ, ਮੈਂ ਦੱਸਦਾ ਹਾਂ। ਕਹਿੰਦਾ ਜੀ 3 ਯੋਗੀ ਥੋੜਾ ਜਿਹਾ ਬਾਹਰ ਬੈਠੇ ਆ ਖੇਤਾਂ ਦੇ ਵਿੱਚ। ਕਹਿੰਦੇ ਜੀ ਉਹ ਬੜੇ ਅਜ਼ਮਤਾਂ ਵਾਲੇ, ਸ਼ਕਤੀਆਂ ਵਾਲੇ, ਕਰਾਮਾਤਾਂ ਵਾਲੇ ਹਨ ਤਿੰਨੇ ਯੋਗੀ। ਇੱਕ ਮੁੱਠੀ ਘਾਹ ਦੀ ਉਹਨਾਂ ਨੇ ਲੈ ਕੇ ਨਾ ਜੀ, ਇੱਕ ਮੁੱਠੀ ਘਾਹ ਦੀ ਇੱਦਾਂ ਫੜੀ, ਉਹਨਾਂ ਨੇ ਥੋੜ੍ਹੀ ਜਿਹੀ ਤੋਂ ਬਹੁਤੀ ਕਰ ਦਿੱਤਾ। ਇਹ ਰਿੱਧੀਆਂ ਸਿੱਧੀਆਂ 'ਚੋਂ ਇੱਕ ਸਿੱਧੀ ਆ, ਥੋੜ੍ਹੀ ਤੋਂ ਬਹੁਤਾ ਕਰ ਦੇਣਾ। ਕਈ ਸਾਰੇ ਐਸੇ ਮਹਾਤਮਾ ਮਹਾਂਪੁਰਸ਼ਾਂ ਦੇ ਤੁਹਾਨੂੰ ਜੀਵਨ ਪੜ੍ਹਨ ਨੂੰ ਸੁਣਨ ਨੂੰ ਮਿਲਣਗੇ ਕਿ ਥੋੜ੍ਹੀ ਜਿਹੀ ਦਾਲ, ਬਸ ਸਬਜ਼ੀ ਥੋੜ੍ਹੀ ਜਿਹੀ। ਸ਼ਾਮ ਦੇ ਟਾਈਮ ਸੰਗਤ ਆ ਗਈ ਜਦ, ਸੇਵਾਦਾਰਾਂ ਨੂੰ ਕਹਿੰਦੇ ਲਓ ਵੀ ਪਾ ਦਿਓ, ਬਸ ਕੱਪੜਾ ਪਾ ਦਿਓ, ਕੱਪੜਾ ਨਹੀਂ ਚੱਕਣਾ, ਵਰਤਾ ਦਿਓ। ਜਿੰਨੀ ਮਰਜ਼ੀ ਸੰਗਤ ਆਵੇ ਸਭ ਨੂੰ ਵਰਤਾ ਦਿੰਦੇ ਆ। ਇਹ ਤਾਕਤ ਵਰਤਦੀ ਗੁਰੂ ਘਰ ਦੇ। ਬਥੇਰੇ ਸਾਧੂ ਰੋਜ਼ ਗੁਰੂ ਘਰ ਵਰਤਦੀ ਉਹ ਹੈ, ਇੱਥੇ ਵਰਤਦੀ ਹੈ, ਗੁਰੂ ਘਰ 'ਚ ਵਰਤਦੀ ਹਰ ਜਗ੍ਹਾ। ਉਹ ਕਮੀ ਸਾਡੇ ਵਰਗਿਆਂ ਦੀ ਹੈ। ਸਾਡੇ ਵਰਗੇ ਤੇ ਭੋਗ ਵੀ ਨਹੀਂ ਲਵਾਉਂਦੇ, ਪਹਿਲਾਂ ਹੀ ਵਿੱਚੋਂ ਚੱਕ ਕੇ ਚੱਟ ਕੇ ਚੈੱਕ ਕਰਨ ਲੱਗ ਜਾਂਦੇ ਨੂਣ ਕਿੱਦਾਂ ਦਾ। ਤੁਹਾਨੂੰ ਇੰਨੀ ਅਕਲ ਹੋਣੀ ਚਾਹੀਦੀ ਕਿ ਪਰਦੇ ਵਿੱਚ ਬਣਾਓ ਲੰਗਰ ਪਾਣੀ ਤਰੀਕੇ ਨਾਲ, ਅਤੇ ਜਿੰਨਾ ਸਮਾਂ ਭੋਗ ਨਹੀਂ ਲੱਗਿਆ ਉਸ ਤਰੀਕੇ ਨਾਲ ਸੁਚਮਤਾ ਨਾਲ ਬਣਾਓ।
ਉਹਨੂੰ ਆਪਣਾ ਚੈੱਕ ਨਹੀਂ ਕਰਨਾ, ਆਪਣੇ ਹਿੱਸਿਆਂ ਦਾ ਪਹਿਲਾਂ ਨਹੀਂ ਪਾ ਲੈਣਾ, ਅਤੇ ਜਦੋਂ ਲਾਓ ਵਰਤਾਓ ਤੇ ਕਮੀ ਨਹੀਂ ਆਏਗੀ। ਪਹਿਲੀ ਗੱਲ। ਦੂਜੀ, ਉੱਦਾਂ ਵੀ ਨਹੀਂ ਆਉਂਦੀ ਭਾਵੇਂ ਸਾਡੇ ਵਰਗੇ ਲੱਖ ਬਦਨੀਤੇ ਹੈ। ਤੁਹਾਡੇ ਘਰ ਆ ਜਾਏ ਕਦੇ ਇੰਨਾ ਬੰਦਾ ਜਿੰਨਾ ਨਾਢਾ ਸਾਹਿਬ ਗੁਰਦੁਆਰਾ ਲੰਗਰ ਛਕਦਾ, ਕਦੇ ਇੱਕ ਦਿਨ ਛਕਾ ਲਿਓ, ਜਿੱਡਾ ਮਰਜ਼ੀ ਵੱਡਾ ਧਨਾੜ ਹੋਵੇ। ਅਮੀਰ ਤੋਂ ਅਮੀਰ ਬੰਦੇ ਦੁਨੀਆ 'ਤੇ ਪਏ ਆ, ਐਡੇ ਐਡੇ ਵੱਡੇ ਬੰਦੇ ਹੋਣਗੇ। ਜੇਕਰ ਆਮਦਨੀ ਵੇਖੀ ਜਾਏ, ਜਿੰਨੀ ਆਮਦਨੀ ਆਪਣੀ ਬਾਹਰੀ ਧਨ ਦੀ ਆਮਦਨੀ ਜਿੰਨੀ ਕੁ ਆਪਣੀ ਗੁਰੂ ਘਰ ਦੀ ਆ, ਇੰਨੇ ਕੁ ਬੰਦੇ ਤੁਹਾਡੇ ਪੰਚਕੂਲੇ ਚੰਡੀਗੜ੍ਹ 'ਚ ਬੈਠੇ ਹੋਣਗੇ, ਇਕੱਲੇ ਇਕੱਲੇ ਬੰਦੇ ਦੀ ਹੋਵੇਗੀ ਕਰੋੜਾਂ ਰੁਪਏ। ਪਰ ਜੋ ਗੁਰੂ ਘਰ ਲੰਗਰ ਚੱਲਦਾ, ਕਦੇ ਇੱਕ ਦਿਨ ਛਕਾਵੇ। ਕਿਤੇ ਇੱਕ ਵਿਆਹ 'ਤੇ ਕਿਤੇ ਪ੍ਰੋਗਰਾਮ 'ਤੇ ਰਿਸ਼ਤੇਦਾਰ 50 ਆ ਜਾਣ ਅਤੇ ਕਈ ਦਿਨ ਲੱਕ ਨਹੀਂ ਸਿੱਧਾ ਹੁੰਦਾ, ਕਈ ਦਿਨ ਪਹਿਲਾਂ ਤਿਆਰੀਆਂ ਕਰੀ ਜਾਂਦਾ, ਕਈ ਦਿਨ ਬਾਅਦ 'ਚ ਕਰੀ ਜਾਂਦਾ। ਪਰ ਗੁਰੂ ਘਰ ਦਾ ਕੰਮ ਹੈ, 5-7 ਕੁ ਜਣੇ ਆ ਕਰੀ ਜਾਂਦੇ ਆ, ਮੁੱਕਦਾ ਹੀ ਨਹੀਂ। ਕਿਉਂ? ਗੁਰੂ ਦੀ ਕਲਾ ਵਰਤਦੀ ਸਾਧ ਸੰਗਤ। ਮੁੱਕਦਾ ਕਿੱਥੇ? ਜਿੱਥੇ ਸਾਡੇ ਵਰਗਿਆਂ ਦੀਆਂ ਨੀਤਾਂ ਮਾੜੀਆਂ ਨੇ। ਗੁਰੂ ਘਰ 'ਚ ਕਦੇ ਘਾਟਾ ਨਹੀਂ, ਰੋਜ਼ ਕਰਾਮਾਤ ਵਰਤਦੀ ਹੈ। ਇਹ ਨਾ ਸਮਝਿਆ ਜਾਏ ਵੀ ਹੁੰਦੀ ਨਹੀਂ, ਇਹ ਰੋਜ਼ ਹੋ ਰਹੀ ਹੈ। ਕਦੇ ਵੀ ਐਸਾ ਨਹੀਂ ਦਿਨ ਜਿੱਦਣ ਗੁਰੂ ਘਰ ਕਰਾਮਾਤ ਨਾ ਹੋਵੇ। ਜੋੜਿਆਂ 'ਚ ਬੈਠੀ ਕਰਾਮਾਤ, ਤੇ ਉਹ ਪਿੱਛੇ ਹੀ ਜੋੜਿਆਂ 'ਚ ਬੈਠੀ ਹੁੰਦੀ ਹੈ। ਇੱਥੇ ਤੇ ਅਲੌਕਿਕ ਕ੍ਰਿਸ਼ਮੇ ਹਨ। ਸੋ ਉਸ ਕਮਲੇ ਨੇ ਆਖਿਆ, ਮਹਾਰਾਜ ਉਸ ਨੇ ਫਕੀਰ ਨੇ ਐਸੀ ਕਰਾਮਾਤ ਦਿਖਾਈ, ਥੋੜ੍ਹੇ ਜਿਹੇ ਘਾਹ 'ਚੋਂ ਬੜਾ ਘਾਹ ਬਣਾ ਦਿੱਤਾ। ਗੁਰੂ ਜੀ ਜਾਣੀ ਜਾਣ ਸਨ, ਪਰ ਫਿਰ ਵੀ ਇੱਕ ਸਾਧ ਸੰਗਤ ਜੀ ਕਰਤਾਰੀ ਕਹਿ ਲਓ, ਇਹ ਇੱਕ ਬਿੰਬ ਹੈ। ਇਹਦੇ ਵਿੱਚ ਫਿਰ ਗੱਲ ਸਾਰੀ ਹੁੰਦੀ ਉਹ ਹੈ, ਸਾਰੀ ਕਰਨੀ ਪੈਂਦੀ ਹੈ, ਦੱਸਣੀ ਪੈਂਦੀ ਹੈ। ਉਸ ਵੇਲੇ ਫਿਰ ਪੁੱਛਣ ਲੱਗੇ, ਕਹਿੰਦੇ ਅੱਛਾ ਭਾਈ ਕਿਵੇਂ ਆਇਆ? ਕਹਿੰਦੇ ਜੀ ਉਹ ਜੋਗੀਆਂ ਨੇ ਛੇਤੀ ਨਾਲ ਭੇਜਿਆ ਮੈਨੂੰ, ਅਤੇ ਤੁਹਾਡੇ ਲਈ ਇੱਕ ਸੁਨੇਹਾ ਭੇਜਿਆ ਹੈ। ਆ ਮਹਾਰਾਜ ਜੀ ਆ ਗਠੜੀ ਭੇਜੀ ਹੈ, ਇੱਕ ਕੱਪੜੇ ਦੀ ਬੰਨੀ ਹੋਈ। ਅਤੇ ਮਹਾਰਾਜ ਕਹਿੰਦੇ ਲਿਆ ਰੱਖੀ, ਗੰਢ ਉਹ ਖੋਲੀ ਹੈ। ਅਤੇ ਜਦੋਂ ਖੋਲੀ, ਵਿੱਚ ਵਿਭੂਤੀ ਨਿਕਲੀ। ਵਿਭੂਤੀ ਇਹ ਵੀ ਕੋਡ ਇਹ ਸੀ ਇੱਕ ਤਰ੍ਹਾਂ ਦਾ, ਜਿਵੇਂ ਆਪਾਂ ਰੱਖ ਲਈਏ ਵੀ ਆਹ ਚੀਜ਼ ਭੇਜਾਂਗੇ, ਉਹਦਾ ਆਹ ਮਤਲਬ ਹੋ, ਕਹਿਣਾ ਨਹੀਂ ਵੀ ਤੁਹਾਡਾ ਸਮਾਂ ਆ ਗਿਆ। ਕੌਣ ਕਹੇ ਅਸੀਂ ਵਿਭੂਤੀ ਵੀ ਇਹ ਦੂਜੇ ਪਾਸੇ ਨਾ ਲਾ ਲਿਓ, ਜਿਵੇਂ ਕੋਈ ਫੂਕਾਂ ਮਾਰ ਮਾਰ ਦਿੰਦੇ ਆ ਵੀ ਇਤਿਹਾਸ 'ਚ ਲਿਖੀ ਵਿਭੂਤੀ। ਉਹ ਇੱਕ ਮਤਲਬ ਹੈ ਵੀ ਸਰੀਰ ਹੈ ਜਿਹੜਾ ਇਹ ਮਿੱਟੀ 'ਚੋਂ ਬਣਿਆ। ਅੰਤ ਇਹਦੀ ਅਸਲੀਅਤ ਇਹਨੇ ਸਰੀਰ ਨੇ 5 ਤੱਤਾਂ ਦੇ ਨੇ ਮਿੱਟੀ ਹੋ ਜਾਣਾ, ਖਾਕ ਹੋ ਜਾਣਾ। ਬਾਣੀ 'ਚ ਲਿਖਿਆ ਖਾਕ, ਇਹ ਜਿਹੜਾ ਸਰੀਰ ਹੈ ਇਹ ਖਾਕ ਅਤੇ ਨੂਰ ਇਹਨਾਂ ਦੋਵਾਂ ਚੀਜ਼ਾਂ ਦਾ ਬਣਿਆ ਹੋਇਆ ਹੈ। ਖਾਕ ਨੂਰ ਕਰਦੰ ਆਲਮ ਦੁਨੀਆਏ, ਬਾਣੀ 'ਚ ਲਿਖਿਆ ਹੈ। ਤਾਂ ਉਹ ਇਹ ਸੰਕੇਤ ਸੀ। ਮਹਾਰਾਜ ਜੀ ਨੇ ਦੇਖਿਆ, ਮਹਾਰਾਜ ਕਹਿੰਦੇ ਤੇ ਦੇਵਤਿਆਂ ਤੋਂ, ਤਿੰਨੇ ਦੇਵਤਿਆਂ ਦੇ ਵਿੱਚੋਂ ਜਿਹੜਾ ਇੱਕ ਲਾਏ ਦੀ ਵਾਣ, ਜਿਹਨੂੰ ਅੰਤ ਸਮੇਂ ਹੁਕਮ ਪ੍ਰਮਾਤਮਾ ਵੱਲੋਂ ਹੈ, ਵਾਹਿਗੁਰੂ ਵੱਲੋਂ ਹੈ ਕਿ ਤੂੰ ਲੈ ਕੇ ਆਉਣਾ ਸਭ ਨੂੰ। ਇਹ ਤੇ ਉਹ ਸ਼ਿਵ ਰੂਪ ਸ਼ਕਤੀ ਹੈ ਜਿਹੜੀ, ਉਹਦੇ ਹੱਥਾਂ ਦੀ ਸੁਨੇਹਾ ਹੈ। ਤਾਂ ਕਮਲਿਆ ਉਹ ਸੁਨੇਹਾ ਲੈ ਆਇਆ ਬਈ ਸਾਡਾ ਜਾਣ ਦਾ। ਤੇ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਨੇ 3 ਵਾਰ ਇਉਂ ਕਿਹਾ, ਕਹਿੰਦੇ ਕਮਲਿਆ ਸੁਨੇਹਾ ਲੈ ਆਇਆ ਬਈ, ਸੁਨੇਹਾ ਲੈ ਆਇਆ ਹੁਣ ਸਾਡਾ ਜਾਣ ਦਾ। ਗੁਰੂ ਨਾਨਕ ਦੇਵ ਜੀ ਨੇ ਅੱਗੋਂ ਫੇਰ ਆਖਿਆ, ਭਾਈ ਕਮਲਿਆ ਸਮਾਂ ਆ ਗਿਆ ਸਾਡਾ, ਜਾ। ਗੁਰਸਿੱਖ ਸੀ ਗੁਰੂ ਜੀ ਦਾ, ਭਾਈ ਸਧਾਰਨ ਦੇ ਘਰ ਜਾ ਇੱਥੋਂ। ਉਹ ਗੁਰੂ ਜੀ ਦਾ ਬਹੁਤ ਸ਼ਰਧਾਲੂ ਸਿੱਖ ਸੀ, ਸੇਵਾ ਕਰਦਾ ਸੀ। ਤੇ ਆਪਣੇ ਘਰ ਜਦੋਂ ਕਿਤੇ ਆਰਾਮ ਕਰਨਾ ਹੁੰਦਾ ਉਦੋਂ ਘਰ ਚਲਾ ਜਾਂਦਾ। ਗੁਰੂ ਜੀ ਨੇ ਘਰ ਬਣਾ ਕੇ ਸੇਵਾਦਾਰਾਂ ਦੇ ਵੱਖੋ ਵੱਖਰੇ ਸੀ ਬਣਾਏ ਹੋਏ। ਗੁਰੂ ਘਰਾਂ ਦੇ ਵਿੱਚ ਪਹਿਲਾਂ ਤੋਂ ਹੀ ਚੱਲਦਾ ਆਉਂਦਾ ਇਹ ਸਿਸਟਮ। ਕਹਿੰਦੇ ਜਾਓ ਉਹਨੂੰ ਬੁਲਾ ਕੇ ਲਿਆਓ। ਗੁਰੂ ਜੀ
ਭਾਈ ਸਧਾਰਨ ਜੀ ਕੋਲ ਚਲਿਆ ਗਿਆ। ਇਹ ਭਾਈ ਸਧਾਰਨ ਸੀ ਨਾ ਜਿਹੜਾ ਪਹਿਲਾਂ ਤੇ ਸਾਰੀ ਸੇਵਾ ਗੁਰੂ ਅੰਗਦ ਦੇਵ ਜੀ ਕਰਦੇ ਸਨ, ਭਾਈ ਲਹਿਣਾ ਜੀ ਗੁਰੂ ਜੀ ਦੀ। ਪਰ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਜੀ ਨੇ ਭੇਜ ਦਿੱਤਾ ਸੀ ਵੀ ਤੁਸੀਂ ਜਾਓ, ਤੇ ਰੱਬੀ ਹੁਕਮ ਵਿੱਚ ਫਿਰ ਉਹ ਜਾ ਕੇ ਗੁਰੂ ਜੀ ਤੋਂ ਵੱਖਰੇ ਹੋ ਗਏ। ਖਡੂਰ ਸਾਹਿਬ ਕੁਝ ਸਮਾਂ ਰਹਿਣ ਲੱਗੇ ਸਰੀਰਕ ਤੌਰ 'ਤੇ ਵੱਖਰੇ ਹੋ ਕੇ, ਤੇ ਫਿਰ ਭਾਈ ਸਧਾਰਨ ਜੀ ਪਿੱਛੋਂ ਸਾਰੀ ਸੇਵਾ ਸਾਂਭਦੇ ਰਹੇ। ਸਾਰੀ ਸੇਵਾ ਭਾਈ ਸਧਾਰਨ ਜੀ ਕਰਦੇ ਸਨ। ਗੁਰੂ ਜੀ ਦੇ ਜਿਹੜੇ ਵਸਤਰ ਸਨ ਉਹ ਭਾਈ ਸਧਾਰਨ ਜੀ ਸਾਫ ਸੁਥਰੇ ਕੱਪੜੇ ਪਾਣੀ ਨਾਲ ਧੋ ਕੇ ਉਹਨੇ ਰੱਖਣੇ ਸਨ। ਮਹਾਰਾਜ ਜੀ ਦੇ ਚਰਨਾਂ ਨੂੰ ਜਲ ਦਿੰਦਾ, ਚਰਨ ਮਹਾਰਾਜ ਨੇ ਧੋਣੇ, ਜਦੋਂ ਪਾਣੀ ਲਿਆਉਣਾ ਹੱਥ ਪੈਰ ਧੋਣ ਦੇ ਲਈ। ਸਾਰੀ ਸੇਵਾ ਬੜੀ ਭਾਵਨਾ ਨਾਲ ਭਾਈ ਸਧਾਰਨ ਜੀ ਕਰਦੇ ਸਨ। ਇੱਦਾਂ ਸਾਧ ਸੰਗਤ ਜੀ ਜਿਹੜੀ ਇਹ ਸੇਵਾਦਾਰੀ ਸੀ, ਬੜੇ ਪ੍ਰੇਮ ਦੇ ਨਾਲ ਭਾਈ ਸਧਾਰਨ ਜੀ ਗੁਰੂ ਅੰਗਦ ਦੇਵ ਸਾਹਿਬ ਤੋਂ ਬਾਅਦ ਕਰਦੇ ਰਹੇ। ਕੁਝ ਕੁ ਮਹੀਨੇ ਦੀ ਗੱਲ ਹੈ, ਬਹੁਤਾ ਸਮਾਂ ਨਹੀਂ, ਕੁਝ ਕੁ ਮਹੀਨੇ ਹੀ ਉਹਨਾਂ ਕੀਤੀ ਸੇਵਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਸਧਾਰਨ ਜੀ ਨੂੰ ਆਪਣੇ ਕੋਲ ਬੁਲਾ ਲਿਆ, ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਬਾਹਰ ਆ ਗਏ। ਤੇ ਸਾਧ ਸੰਗਤ ਜੀ ਔਰ ਦਾਸ ਸਭ ਦੀਨ ਹਟਾਈ। ਮਹਾਰਾਜ ਨੇ ਬਾਕੀ ਦੇ ਸਾਰੇ ਸੇਵਕਾਂ ਨੂੰ ਆਖਿਆ, ਭਾਈ ਸੇਵਕੋ, ਸਿੰਘੋ, ਸਿੱਖੋ, ਤੁਸੀਂ ਸਾਰੇ ਆਪੋ ਆਪਣੀਆਂ ਸੇਵਾਵਾਂ ਕਰੋ, ਮੈਂ ਭਾਈ ਸਧਾਰਨ ਨਾਲ ਕੋਈ ਵਚਨ ਕਰਨਾ ਹੈ। ਗੁਰੂ ਜੀ ਅੱਗੇ ਨੂੰ ਚਲੇ ਗਏ। ਗੁਰੂ ਜੀ ਅੱਗੇ ਖੇਤ ਵੱਲ ਨੂੰ ਚਲੇ ਗਏ, ਤੇ ਭਾਈ ਸਧਾਰਨ ਨੂੰ ਕੁਝ ਕੁ ਨਾ ਆਪਣੇ ਨਾਲ ਨਾਲ ਲਿਆਏ, ਤੇ ਕੋਲ ਆ ਗਏ ਭਾਈ ਸਧਾਰਨ ਜੀ। ਗੁਰੂ ਨਾਨਕ ਦੇਵ ਮਹਾਰਾਜ ਜੀ ਜਾ ਕੇ ਮਿਲੇ। ਉਹਨੇ ਗੁਰੂ ਜੀ ਨੂੰ ਨਮਸਕਾਰ ਕੀਤੀ, ਧੰਨ ਗੁਰੂ ਨਾਨਕ ਦੇਵ ਨੂੰ ਮੱਥਾ ਟੇਕਿਆ। ਭਾਈ ਸਧਾਰਨ ਜੀ ਨੇ ਆ ਕੇ ਤੇ ਗੁਰੂ ਮਹਾਰਾਜ ਜੀ ਕਹਿੰਦੇ, ਭਾਈ ਸੁਖੀ ਰਹੇ ਸਦਾ ਤੋਂ, ਰੱਬ ਚੇਤੇ ਆਵੇ, ਕਰਤਾਰ ਚੇਤੇ ਆਵੇ, ਸਤ ਕਰਤਾਰ। ਗੁਰੂ ਨਾਨਕ ਨੇ ਆਖਿਆ, ਮਹਾਰਾਜ ਜੀ ਦਾ ਸੁੰਦਰ ਸਰੂਪ ਵੇਖ ਕੇ ਬੜਾ ਖੁਸ਼ ਹੋਇਆ ਭਾਈ। ਗੁਰੂ ਜੀ ਦੇ ਨੇਤਰ ਬੜੇ ਸੋਹਣੇ ਹਨ, ਕਵਲ ਫੁੱਲ ਦੀ ਤਰ੍ਹਾਂ, ਜਿਵੇਂ ਕਵਲ ਫੁੱਲ ਖਿੜਿਆ ਹੁੰਦਾ ਹੈ ਨਾ, ਇਸ ਤਰੀਕੇ ਮਹਾਰਾਜ ਜੀ ਦੇ ਸੋਹਣੇ ਸੁੰਦਰ ਨੇਤਰ ਖਿੜੇ ਹੋਏ ਹਨ। ਗੁਰੂ ਮਹਾਰਾਜ ਜੀ ਦੀ ਬੜੀ ਉਸਤਤੀ ਕੀਤੀ ਉਸ ਵੇਲੇ। ਹੇ ਮਹਾਰਾਜ, ਆਪ ਜੀ ਮਨ ਨੂੰ ਜਿੱਤਣ ਵਾਲੇ ਹੋ, ਆਪ ਜੀ ਹੇ ਸਤਿਗੁਰੂ ਗਰੀਬ ਨਵਾਜ ਕਿਰਪਾ ਦੇ ਸਾਗਰ ਹੋ। ਇੱਦਾਂ ਭਾਈ ਸਧਾਰਨ ਨੇ ਮਹਾਰਾਜ ਜੀ ਦੀ ਬੜੀ ਉਸਤਤੀ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਦੁਨੀਆ ਦੇ ਤਾਰਨਹਾਰ, ਗਰੀਬ ਨਵਾਜ ਪਾਤਸ਼ਾਹ, ਉਸ ਤਰੀਕੇ ਸਾਧ ਸੰਗਤ ਜੀ ਗਏ ਤੇ ਮਹਾਰਾਜ ਜੀ ਅੱਗੇ ਨਮਸਕਾਰਾਂ ਕੀਤੀਆਂ ਹਨ। ਗੁਰੂ ਨਾਨਕ ਦੇਵ ਜੀ ਦੀ ਬੜੀ ਉਸਤਤੀ ਭਾਈ ਸਧਾਰਨ ਨੇ ਕੀਤੀ। ਹੈ ਮਹਾਰਾਜ, ਹੈ ਪਾਤਸ਼ਾਹ, ਹੁਕਮ ਕਰੋ। ਮਹਾਰਾਜ ਨੇ ਕੀ ਕੀਤਾ, ਉੱਥੇ ਇੱਕ ਥਾਂ ਸੀ, ਤੇ ਉੱਥੇ ਉਸ ਥਾਂ ਦੇ ਉੱਤੇ ਭਾਈ ਸਧਾਰਨ ਨੂੰ ਨਾਲ ਲੈ ਗਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਨਾਲ ਆਪਣੇ ਗੁਰਸਿੱਖ ਭਾਈ ਸਧਾਰਨ ਨੂੰ ਲੈ ਗਏ। ਸਧਾਰਨ ਨੂੰ ਇੱਕ ਥਾਂ ਸੀ ਉੱਥੇ ਆਪਣੇ ਖੇਤਾਂ ਦੇ ਵਿੱਚ, ਮਹਾਰਾਜ ਜੀ ਉੱਧਰ ਨੂੰ ਲੈ ਗਏ। ਭਾਈ ਸਧਾਰਨ ਨੂੰ ਥਾਂ ਦਿਖਾਈ ਗੁਰੂ ਨਾਨਕ ਸਾਹਿਬ ਜੀ ਨੇ।
ਇੱਕ ਖੇਤ ਜੀ ਖੇਤ ਸੀ, ਉੱਥੇ ਬੜਾ ਸੋਹਣਾ ਮਹਾਰਾਜ ਜੀ ਦਾ 8 ਵੀਘਿਆਂ ਵੱਲ ਮਹਾਰਾਜ ਨੇ ਹੱਥ ਕੀਤਾ ਗੁਰੂ ਨਾਨਕ ਦੇਵ ਜੀ ਨੇ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ, ਭਾਈ ਸਧਾਰਨ ਨੂੰ ਆਖਿਆ, ਕਹਿੰਦੇ ਭਾਈ ਸਧਾਰਨ ਆਹ ਜਿਹੜਾ ਸਥਾਨ ਹੈ ਨਾ, ਆਹ ਸਥਾਨ ਦੇ ਉੱਤੇ ਮਹਾਰਾਜ ਕਹਿੰਦੇ ਸਾਡੀਆਂ ਚਿਖਾ ਦੀਆਂ ਲੱਕੜਾਂ ਭਾਈ, ਸਾਡੇ ਲੱਕੜਾਂ ਨੇ ਨਾ ਜਿਹੜੀਆਂ ਇੱਥੇ ਰੱਖਿਓ ਲਿਆ ਕੇ, ਬੋਲੋ ਸਤਨਾਮ ਸ਼੍ਰੀ। ਆਪ ਆਪਣੀ ਜਗ੍ਹਾ ਮਹਾਰਾਜ ਨੇ ਪਸੰਦ ਕੀਤੀ। ਤੇ ਭਾਈ ਜੇ ਕੋਈ ਰੋਕੇ ਨਾ, ਜੇ ਕੋਈ ਮਨਾ ਕਰੇ ਜਾਂ ਕੋਈ ਆਖੇ ਇੱਥੇ ਨਹੀਂ ਉੱਥੇ ਲੈ ਕੇ ਜਾਣਾ ਹੈ, ਭਾਈ ਸਧਾਰਨ ਤੁਸੀਂ ਮੁਖੀਏ ਸਿੱਖਾਂ ਵਿੱਚੋਂ ਹੋ, ਜੇ ਕੋਈ ਰੋਕੇਗਾ ਤਾਂ ਮੰਨਿਓ ਨਾ, ਇੱਥੇ ਹੀ ਲੈ ਕੇ ਆਇਓ। ਆਹ ਥਾਂ ਹੈ ਸਾਡੀ ਜਿੱਥੇ ਅਸੀਂ ਇਹ 5 ਭੂਤਕ ਸਰੀਰ ਨੂੰ ਭੂਤਾਂ ਵਿੱਚ ਉਸੇ ਜਗ੍ਹਾ ਮਿਲਾ ਦੇਣਾ ਹੈ। ਭਾਈ ਸਧਾਰਨ ਨੂੰ ਚੰਗੇ ਤਰੀਕੇ ਨਾਲ ਗੁਰੂ ਜੀ ਨੇ ਸਮਝਾਇਆ ਹੈ। ਤੇ ਭਾਈ ਸਧਾਰਨ ਨੇ ਗਲ ਭਰ ਆਇਆ ਇੱਕਦਮ ਜਦੋਂ ਸੁਣੀ ਮਹਾਰਾਜ ਇੱਦਾਂ ਕਹਿੰਦੇ, ਪਰ ਗੁਰੂ ਜੀ ਅੱਗੇ ਜ਼ੋਰ ਥੋੜ੍ਹਾ ਕਿਸੇ ਦਾ ਚੱਲਦਾ। ਭਾਈ ਸਧਾਰਨ ਨੂੰ ਨਾਲ ਲੈ ਕੇ ਗੁਰੂ ਜੀ ਫਿਰ ਘਰ ਵੱਲ ਆ ਗਏ, ਕਰਤਾਰਪੁਰ ਸਾਹਿਬ ਨਗਰ ਵੱਲ। ਗੁਰੂ ਨਾਨਕ ਦੇਵ ਜੀ ਫਿਰ ਉਸੇ ਪਿੱਪਲ ਦੇ ਦਰਖਤ ਹੇਠਾਂ ਜੋ ਧਰਮਸ਼ਾਲਾ ਗੁਰਦੁਆਰੇ ਦੇ ਦਰਵਾਜ਼ੇ 'ਤੇ ਸੀ, ਬੜਾ ਸੰਘਣਾ, ਬੜੀ ਠੰਡੀ ਛਾਂ ਸੀ ਉਸ ਦੀ, ਉਹਦੇ ਥੱਲੇ ਆ ਕੇ ਬੈਠ ਗਏ ਹਨ। ਸਾਰੇ ਸਿੱਖ ਗੁਰਸਿੱਖ ਆ ਕੇ ਦਰਸ਼ਨ ਕਰਨ ਲੱਗ ਪਏ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਕੋਲ 4 ਚਾਦਰੇ ਰੱਖਦੇ ਹੁੰਦੇ ਸਨ। 2 ਧਵਾ ਕੇ ਰੱਖ ਲੈਣੇ ਘਰੇ, 2 ਚਾਦਰਾਂ ਇੱਕ ਆਪਣੇ ਸਰੀਰ 'ਤੇ ਓਢ ਲੈਣੀ, ਇੱਕ ਨੂੰ ਐ ਲੱਕ ਨਾਲ ਬੰਨ੍ਹ ਲੈਣਾ। ਇਸ ਤਰੀਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਰਿਹਾ ਕਰਦੇ ਸਨ। ਤੇ ਮਹਾਰਾਜ ਜੀ ਨੇ 2 ਤੇ ਚਾਦਰਾਂ ਆਪਣੇ ਸਰੀਰ ਉੱਤੇ ਲਪੇਟੀਆਂ ਹੋਈਆਂ ਸਨ ਔਰ 2 ਅੰਦਰ ਘਰ ਵਿੱਚ ਰਖਵਾਈਆਂ ਸਨ। ਦੋ ਚਾਦਰਾਂ ਨੂੰ ਧੋ ਲੈਂਦੇ ਸੇਵਕ, ਦੂਸਰੀਆਂ ਨੂੰ ਮਹਾਰਾਜ ਵਰਤ ਲਿਆ ਕਰਦੇ ਸਰੀਰ ਉੱਤੇ। ਇਸ ਤਰੀਕੇ ਰਹਿੰਦੇ ਸਨ। ਤੇ 2 ਸਰੀਰ ਉੱਤੇ ਪੈਰ ਪਾਉਂਦੇ ਗੁਰੂ ਜੀ। ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਨਾਂ ਲਿਆ ਹੀ ਸਾਧ ਸੰਗਤ ਜਮਦੂਤ ਛੱਡ ਜਾਂਦੇ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੇ ਚਾਦਰੇ ਸੀ ਨਾ ਜੀ, ਉਹ ਸ਼ੋਧਣ ਵਾਸਤੇ ਉਹਨੂੰ ਆਖਿਆ, ਭਾਈ ਗੁਰਸਿੱਖਾ, ਭਾਈ ਸਧਾਰਨ, ਉਹ 2 ਜੋ ਚਾਦਰੇ ਪਏ ਨਾ ਅੰਦਰ, ਉਹਨਾਂ ਨੂੰ ਦੁਬਾਰਾ ਫੇਰ ਧੋ ਲੈ, ਸੁੱਚੇ ਕਰ ਲੈ। ਸਾਫ ਤਰੀਕੇ ਪਾਣੀ ਵਿੱਚ ਧੋ ਲਿਆ। ਤੇ ਨਾਲ ਮਹਾਰਾਜ ਕਹਿੰਦੇ ਧੋ ਕੇ ਧੁੱਪ 'ਚ ਸੁਕਾ ਲਿਆ। ਗੁਰੂ ਜੀ ਦੀ ਆਗਿਆ ਮੰਨ ਕੇ ਭਾਈ ਸਧਾਰਨ ਜੀ ਜੋ ਘਰ ਵਿੱਚ 2 ਚਾਦਰਾਂ ਪਈਆਂ ਸਨ, ਉਹਨਾਂ ਨੂੰ ਧੋ ਕੇ ਲੈ ਆਏ। ਬਾਹਰ ਗਏ ਧੋਣ ਲਈ, ਧੋਈਆਂ ਪਾਣੀ ਵਿੱਚ, ਦਰਿਆ ਵਿੱਚ, ਕੋਲ ਦੀ ਦਰਿਆ ਵਗਦਾ ਹੈ, ਦਰਿਆ ਵਿੱਚ ਧੋ ਲਈਆਂ। ਐਨ ਸਵੱਛ ਪਾਣੀ ਨਾਲ ਕਰ ਲਈਆਂ ਹਨ। ਧੁੱਪ ਲੱਗਦੀ ਸੀ ਬਾਹਰ, ਧੁੱਪ ਵਿੱਚ ਸੁੱਕ ਗਈਆਂ ਜਲਦੀ ਹੀ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭਾਈ ਸਧਾਰਨ ਜੀ ਉਹ 2 ਚਾਦਰੇ ਲੈ ਆਏ। ਗੁਰੂ ਨਾਨਕ ਦੇਵ ਜੀ ਉਹਨਾਂ ਚਾਦਰਾਂ ਨੂੰ ਵੇਖ ਕੇ ਬੋਲੇ, ਕਹਿਣ ਲੱਗੇ, ਗੁਰੂ ਜੀ ਕਹਿੰਦੇ ਭਾਈ ਇਹਨਾਂ ਨੂੰ ਐਂ ਕਰੋ, ਘਰ ਦੇ ਵਿੱਚ ਇੱਕ ਜਗ੍ਹਾ ਰੱਖ ਦਿਓ ਅੰਦਰ। ਮਹਾਰਾਜ ਕਹਿੰਦੇ ਭਾਈ ਇਉਂ ਕਰੋ, ਜਿਸ ਕੋਠੇ ਵਿੱਚ ਅਸੀਂ ਰਹਿੰਦੇ ਹਾਂ ਉਸ ਕੋਠੜੀ ਨੂੰ ਚੰਗੇ ਤਰੀਕੇ ਦੇ ਨਾਲ ਲਿਪ ਦਿਓ, ਹੁਣ ਦੁਬਾਰਾ ਸਾਰੀ ਨੂੰ ਸਾਫ਼ ਕਰ ਦਿਓ। ਮਹਾਰਾਜ ਕਹਿੰਦੇ ਉਹਨੂੰ ਚੰਗੀ ਤਰ੍ਹਾਂ ਉੱਤੋਂ ਵੀ ਥੱਲੋਂ ਵੀ ਸਾਰੇ ਤਰੀਕੇ ਨੂੰ ਸਾਫ਼ ਕਰ ਦਿਓ, ਲਿੰਬ ਦਿਓ।
ਪਹਿਲੇ ਟਾਈਮਾਂ ਵਿੱਚ ਅੱਜ ਕੱਲ੍ਹ ਤੇ ਜਿਵੇਂ ਫਰਸ਼ ਲੱਗੇ ਹੁਣ ਤੇ ਆਉਣ ਵਾਲੀ ਪੀੜ੍ਹੀ ਨੂੰ ਲਿਪਣੇ ਵਾਲੀ ਤਾਂ ਗੱਲੇ ਖਤਮ ਹੋ ਗਈ ਨਾ, ਪਤਾ ਹੀ ਨਹੀਂ ਲੱਗਣਾ। ਪਰ ਹੁਣ ਤੱਕ ਪੁਰਾਣੀਆਂ ਮਾਈਆਂ ਪਿੰਡਾਂ ਵਾਲੀਆਂ ਨੂੰ ਪਤਾ ਹੁੰਦਾ ਲਿਪੀ ਦਾ ਕਿੱਦਾਂ। ਥੋੜ੍ਹਾ ਜਿਹਾ ਮਿੱਟੀ ਲੈ ਲੈਣੀ, ਪੀਲੀ ਜੀ ਚੀਕਣੀ ਜੀ ਵਧੀਆ ਮਿੱਟੀ, ਉਹਦੇ ਵਿੱਚ ਥੋੜ੍ਹਾ ਜਿਹਾ ਪਾਂਡੂ ਜਿਹਾ ਮਿਲਾ ਲੈਣਾ। ਜੇ ਵਾਹਲੀ ਸੋਹਣੀ ਬਣਾਉਣੀ ਹੋਣੀ ਉਹਨੂੰ ਪਾਂਡੂ ਮਿਲਾ ਲੈਂਦੇ, ਚਿੱਟਾ ਜਿਹਾ ਪਾਣੀ, ਚਿੱਟੀ ਜਿਹੀ ਮਿੱਟੀ ਹੁੰਦੀ। ਅਤੇ ਕਈ ਥਾਈਂ ਉਹਦੇ ਵਿੱਚ ਗਾਈਆਂ ਮੱਝਾਂ ਦਾ ਗੋਬਰ ਵੀ ਪਾ ਲੈਂਦੇ, ਕਈ ਥਾਈਂ ਮਿੱਟੀ ਚੀਕਣੀ ਹੋਵੇ ਅਤੇ ਇੱਦਾਂ ਹੀ ਵਰਤ ਲੈਂਦੇ। ਉਹਨੂੰ ਇੰਨੇ ਤਰੀਕੇ ਨਾਲ ਲਿਪਦੇ ਸਨ ਕਿ ਅੱਜ ਦੇ ਤੁਹਾਡੇ ਕੀਤੇ ਹੋਏ ਰੰਗ ਉਹਦੇ ਸਾਹਮਣੇ ਫਿੱਕੇ ਸਨ ਪੈਂਦੇ, ਇੰਨੇ ਸੋਹਣੇ ਲੱਗਦੇ ਸੀ ਨਾ ਉਹ। ਕਈ ਮਾਈਆਂ ਮੋਟਾ ਮੋਟਾ ਹੱਥ ਮਾਰ ਦਿੰਦੀਆਂ, ਸੁੱਕ ਜਾਂਦਾ ਨਾ ਉਹ ਬੜਾ ਸੋਹਣਾ ਲੱਗਣਾ। ਕਈਆਂ ਦੇ ਹੱਥ 'ਚ ਇੰਨਾ ਜਸ ਹੁੰਦਾ, ਬਰੀਕ ਜਿਹਾ ਹੱਥ ਮਾਰਨਾ, ਪਤਲਾ ਪਤਲਾ, ਬੜਾ ਸੋਹਣਾ ਲਿਪਣਾ ਉਹਨੂੰ ਥਾਂ ਨੂੰ। ਆਨੰਦ ਆ ਜਾਂਦਾ, ਉੱਥੇ ਬੈਠ ਕੇ ਸਕੂਨ ਮਿਲਦਾ। ਉਹ ਮਿੱਟੀ ਦੀ ਖੁਸ਼ਬੂ ਇੰਨੀ ਵਧੀਆ ਹੁੰਦੀ ਉਹਦੀ ਕਿ ਬੰਦੇ ਦੀਆਂ 20 ਬਿਮਾਰੀਆਂ ਲੱਥ ਜਾਂਦੀਆਂ ਜੇ ਮਿੱਟੀ ਦੀ ਖੁਸ਼ਬੂ ਲੈਂਦਾ ਹੋਵੇ ਬੰਦਾ। ਤਾਂ ਇਸ ਤਰੀਕੇ ਐਲਰਜੀ ਨਹੀਂ ਹੁੰਦੀ ਜੇ ਮਿੱਟੀ ਨਾਲ ਬੰਦਾ ਜੁੜਿਆ ਹੋਵੇ। ਉਸ ਭਾਈ ਸਧਾਰਨ ਨੇ ਵਧੀਆ ਤਰੀਕੇ ਦੇ ਨਾਲ ਪਾਂਡੂ ਲੈ ਕੇ, ਮਿੱਟੀ ਲੈ ਕੇ ਸਾਰੀ ਜਗ੍ਹਾ ਨੂੰ ਲਿਪ ਦਿੱਤਾ ਹੈ। ਅਤੇ ਮਹਾਰਾਜ ਉਹ ਲਿਪਣ ਦੇ ਬਹੁਤ ਕਾਰਨ ਹੁੰਦੇ। ਜਦੋਂ ਲਿਪੀ ਹੁੰਦੀ ਚੀਜ਼ ਘਰ ਵਿੱਚ, ਕਿਉਂਕਿ ਕੱਚੀਆਂ ਹੁਣ ਅੱਜ ਕੱਲ੍ਹ ਤਾਂ ਪੱਕੇ ਫਰਸ਼ ਹੈ, ਤਾਕਤ ਨਹੀਂ ਕਿ ਕੋਈ ਕੀੜਾ ਕੋਈ ਸੱਪ ਉਹਦੇ ਵਿੱਚੋਂ ਨਿਕਲਿਆ ਆਵੇ। ਪਰ ਕੱਚੀਆਂ ਸਮਾਂ ਪਾ ਕੇ ਕੱਚੀ ਚੀਜ਼ ਹੁੰਦੀ, ਥੱਲੋਂ ਖੱਡਾਂ ਨਿਕਲ ਆਉਂਦੀਆਂ, ਖੱਡਾਂ ਪੈ ਜਾਣੀਆਂ, ਕੀੜੇ ਨਾ ਨਿਕਲ ਆਉਣ, ਕੋਈ ਹੋਰ ਸ਼ਾਇਦ ਚੂਹਾ ਖੱਡ ਪੁੱਟ ਦਿੰਦਾ। ਥੋੜ੍ਹੇ ਸਮੇਂ ਬਾਅਦ ਉਹਨੂੰ ਲਿਪਣਾ ਪੈਂਦਾ ਸੀ ਤਾਂ ਕਿ ਜਿੱਥੇ ਕੋਈ ਖੁੱਡ ਹੋਵੇ, ਕੋਈ ਇੱਦਾਂ ਦੀ ਹੋਵੇ, ਮਿੱਟੀ ਪਾ ਕੇ ਭਰ ਦਿੰਦੇ ਸੀ ਤਾਂ ਕਿ ਜਗ੍ਹਾ ਸਾਫ਼ ਰਹੇ, ਉੱਦਾਂ ਵੀ ਸੁਚਮਤਾ ਰਹਿੰਦੀ ਸੀ। ਇਸ ਤਰੀਕੇ ਦੇ ਨਾਲ ਉਹਨੇ ਚੰਗੇ ਤਰੀਕੇ ਲਿਪ ਲਿਆ ਹੈ। ਹੁਣ ਮਹਾਰਾਜ ਕਹਿੰਦੇ ਭਾਈ ਇਉਂ ਕਰੋ, ਕਹਿੰਦੇ ਦੇਰੀ ਨਾ ਕਰੋ, ਹੁਣ ਥੋੜ੍ਹੇ ਹੀ ਦਿਨ ਰਹਿ ਗਏ ਸਾਡੇ, ਅਤੇ ਉਹ ਚੰਗੇ ਤਰੀਕੇ ਲਿਪ ਲਓ। ਨਿਸਮੈ ਟਿਕਹੀਂ ਜਹਾਂ ਗੁਸਾਈ, ਜਿੱਥੇ ਰਾਤ ਨੂੰ ਟਿਕਦੇ ਆਪ ਜੀ ਗੁਰੂ ਨਾਨਕ ਜੀ। ਬੜਾ ਪਿਆਰ ਗੁਰੂ ਮਹਾਰਾਜ ਜੀ ਨਾਲ ਸਿੱਖ ਕਰ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਭਾਈ ਸਧਾਰਨ ਜੀ ਨੇ ਪੂਰਾ ਹੀ ਘਰ ਆਪ ਲੱਗ ਕੇ ਨਾਲ ਘਰ ਲਿਪ ਦਿੱਤਾ ਹੈ। ਉੱਤੋਂ ਵੀ ਕੰਧਾਂ ਵੀ ਸਹੀ ਤਰੀਕੇ ਦੇ ਨਾਲ ਸਾਫ਼ ਕਰਕੇ ਸਵੱਛ ਕਰ ਦਿੱਤੀ ਥਾਂ। ਬਸ ਲਿਪ ਕੇ ਚੰਗੇ ਤਰੀਕੇ ਦੇ ਨਾਲ ਛੇਤੀ ਨਾਲ ਗੁਰੂ ਜੀ ਕੋਲ ਚਲਾ ਗਿਆ। ਗੁਰੂ ਪਾਤਸ਼ਾਹ ਜੀ ਕੋਲ ਹੱਥ ਜੋੜ ਕੇ ਭਾਈ ਸਧਾਰਨ ਜੀ ਨੇ ਵਚਨ ਕੀਤੇ, ਕਹਿਣ ਲੱਗੇ, ਇਹ ਸਤਿਗੁਰੂ ਗਰੀਬ ਨਵਾਜ ਜੀ ਘਰ ਲਿਪ ਦਿੱਤਾ, ਆਪ ਜੀ ਇੱਕ ਵਾਰ ਨਜ਼ਰ ਮਾਰ ਲਓ। ਹੇ ਮਹਾਰਾਜ, ਹੋਇਆ ਜੇ ਨੂਨਤਾ ਤੇ ਮੈਂ ਕਹਿਵਾਂ, ਜੇ ਕਿਤੇ ਉਹਦੇ ਵਿੱਚ ਕੋਈ ਨਿਊਨਤਾ ਹੀ ਰਹਿ ਗਈ ਹੋਵੇ, ਸੇਵਾ ਵਿੱਚ ਕੋਈ ਕਮੀ ਰਹਿ ਗਈ ਹੋਵੇ, ਮਹਾਰਾਜ ਜੀ ਮੈਂ ਦੁਬਾਰਾ ਫੇਰ ਉੱਥੇ ਲਿਪ ਦਿਆਂਗਾ, ਜਿੱਦਾਂ ਤੁਸੀਂ ਕਹੋਗੇ ਉੱਦਾਂ ਕਰ ਦਿਆਂਗਾ, ਕਿਉਂਕਿ ਮੈਨੂੰ ਨਹੀਂ ਲਿਪਣਾ ਆਉਂਦਾ, ਮੈਨੂੰ ਨਹੀਂ ਆਉਂਦਾ ਕੁਝ, ਤੁਹਾਡੇ ਹੁਕਮ ਵਿੱਚ ਹੈ, ਮੇਰੀ ਮੱਤ ਥੋੜ੍ਹੀ ਹੈ, ਆਪ ਜੀ ਵੇਖ ਲਓ ਠੀਕ ਹੈ ਤਾਂ। ਗੁਰੂ ਨਾਨਕ ਦੇਵ ਜੀ ਉੱਠੇ। ਭਾਈ ਸਧਾਰਨ ਜੀ ਨੇ ਪਹਿਲਾਂ ਹੀ ਕੰਮ ਇੰਨਾ ਵਧੀਆ ਤਰੀਕੇ ਨਾਲ ਤਸੱਲੀ ਬਖਸ਼ ਕੀਤਾ ਸੀ ਕਿ ਗੁਰੂ ਜੀ ਨੇ ਵੇਖ ਕੇ ਬਿਲਕੁਲ ਆਖਿਆ, ਠੀਕ ਹੈ ਭਾਈ। ਗੁਰੂ ਮਹਾਰਾਜ ਜੀ ਨੇ ਬੜੀ ਖੁਸ਼ੀ ਕੀਤੀ ਭਾਈ ਸਧਾਰਨ ਜੀ ਦੇ ਉੱਤੇ। ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਐਸੀ ਕੀਤੀ, ਭਾਈ ਸਧਾਰਨ ਜੀ ਨੂੰ ਬ੍ਰਹਮ ਗਿਆਨ ਬਖਸ਼ ਦਿੱਤਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਬੜੇ ਬਹੁਤ ਪਿਆਰ ਵਾਲੇ ਸਿੱਖ ਸਨ ਮਹਾਰਾਜ ਜੀ ਦੇ। ਬਸ ਖੁਸ਼ੀ, ਗੁਰੂ ਦੇ ਕੋਲ ਤਾਕਤ ਹੈ। ਗੁਰੂ ਇੱਕ ਦ੍ਰਿਸ਼ਟੀ ਅਮੇ ਦ੍ਰਿਸ਼ਟ ਪੇਖੈ ਹੋਏ ਸੰਤ। ਗੁਰੂ ਇੱਕ ਪ੍ਰੇਮ ਭਰੀ ਤੱਕਣੀ ਨਾਲ, ਅੰਮ੍ਰਿਤ ਤੱਕਣੀ ਨਾਲ ਸੰਤ ਬਣਾ ਸਕਦਾ। ਗੁਰੂ 'ਚ ਇੰਨੀ ਤਾਕਤ ਹੈ।
ਛੋਹ ਕੇ ਸੰਤ ਬਣਾ ਸਕਦਾ ਹੈ, ਬਚਨ ਕਹਿ ਕੇ ਕਪਾਟ ਖੋਲ ਸਕਦਾ ਹੈ। ਕੁਛ ਵੀ ਨਾ ਬੋਲੇ, ਬਸ ਦੇਖ ਲਵੇ ਤਾਂ ਵੀ ਬਸ ਨੈਣਾ ਦੀ ਤੱਕਣੀ ਨਾਲ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਸਕਦੇ, ਜੋ ਭਾਈ ਸਧਾਰਨ ਉੱਤੇ ਕੀਤੀ। ਗੁਰੂ ਮਹਾਰਾਜ ਉੱਥੋਂ ਵਾਪਸ ਆ ਗਏ, ਫਿਰ ਉਸੇ ਪਿੱਪਲ ਦੇ ਹੇਠਾਂ ਬੈਠ ਗਏ। ਸਿੱਖ ਬੈਠੇ ਆਲੇ ਦੁਆਲੇ, ਸਭ ਨੂੰ ਪਤਾ ਲੱਗ ਗਿਆ ਗੁਰੂ ਜੀ ਨੇ ਜਾਣਾ ਹੈ। ਮਹਾਰਾਜ ਨੇ ਆਖ ਦਿੱਤਾ ਥੋੜ੍ਹਾ ਹੀ ਸਮਾਂ ਰਹਿ ਗਿਆ। ਆਲੇ ਦੁਆਲੇ ਸਭਾ ਲੱਗੀ ਗੁਰਸਿੱਖਾਂ ਦੀ, ਬਾਣੀ ਦਾ ਕੀਰਤਨ ਹੋ ਰਿਹਾ ਹੈ, ਸਿਮਰਨ ਕਰ ਰਹੇ ਗੁਰਸਿੱਖ। ਐਸਾ ਕੀਰਤਨ ਗੁਰਬਾਣੀ ਦਾ ਹੋ ਰਿਹਾ ਜਿਹਨੂੰ ਸੁਣ ਕੇ ਸਾਧ ਸੰਗਤ ਤਿੰਨੇ ਤਾਪ ਆਦਿ ਵਿਆਧੀ ਉਪਾਧੀ ਕੱਟੇ ਜਾਂਦੇ ਹਨ। ਜਿੱਦਾਂ ਰੋਜ਼ ਦਾ ਗੁਰੂ ਘਰ ਦਾ ਨੇਮ ਹੈ ਨਾ, ਉਸੇ ਤਰੀਕੇ ਹੋ ਰਿਹਾ ਹੈ। ਤੇ ਮਹਾਰਾਜ ਜੀ ਜਿਵੇਂ ਸਵਾ ਪਹਿਰ ਰਾਤ ਰਹਿਣ ਤੱਕ ਇਹ ਨੇਮ ਚੱਲਦਾ ਸੀ, ਉੱਦਾਂ ਹੀ ਗੁਰੂ ਜੀ ਬੈਠੇ ਸੁਣ ਰਹੇ। ਇਸੇ ਤਰੀਕੇ ਕਹਿੰਦੇ ਨਿਤ ਪ੍ਰਤ ਜਿਵ ਵਿਵਹਾਰ ਹੈ ਤੈਸੇ ਚੱਲਿਓ ਸੁਜਾਏ। ਇੱਥੇ ਵਿਸ਼ਰਾਮ ਹੈ, ਤੈਸੇ ਚੱਲਿਓ ਸੁਜਾਏ ਸਵਾ ਦਾਮ ਨਿਸ਼ ਰਹੇ ਤੇ ਬੈਠੇ ਸ਼੍ਰੀ ਗੁਰੂ ਨਾਏ। ਇਹ ਦੋਹਰੇ ਦੀ ਚਾਲ ਚੱਲ ਰਹੀ ਹੈ। ਆਪਾਂ ਚੌਪੀ ਪੜ੍ਹ ਰਹੇ ਸੀ, ਹੁਣ ਦੋਹਰਾ ਆ ਗਿਆ। ਗੁਰੂ ਜੀ ਇਹ ਕਵੀ ਜੀ ਕਹਿੰਦੇ ਜਿੱਦਾਂ ਗੁਰੂ ਜੀ ਦਾ ਨੇਮ ਸੀ ਨਾ, ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਪਾਣੀ ਕਰਕੇ ਸੰਗਤ ਵਿੱਚ ਬੈਠਦੇ ਕੀਰਤਨ ਸੁਣਦੇ ਸਨ, ਉਹ ਨੇਮ ਮਹਾਰਾਜ ਨੇ ਆਖਰ ਸਮੇਂ ਤੱਕ ਪੂਰਾ ਨਿਭਾਇਆ ਹੈ। ਉੱਦਾਂ ਹੀ ਉਸੇ ਤਰੀਕੇ ਉਦੋਂ ਦਾ ਕੀਰਤਨ ਚੱਲ ਰਿਹਾ ਹੈ। ਮਿੱਠਾ ਕੀਰਤਨ, ਕੋਮਲ ਬਾਣੀ ਦਾ ਕੀਰਤਨ, ਰਾਗਾਂ ਦੇ ਵਿੱਚ ਪਾ ਕੇ ਕੀਰਤਨੀਏ ਕੀਰਤਨ ਕਰਦੇ ਹਨ। ਫਿਰ ਜਾਪ ਤਪ ਗਿਆਨ ਧਿਆਨ ਦੀਆਂ ਬਾਤਾਂ ਹੁੰਦੀਆਂ। ਗੁਰੂ ਕੇ ਸਿੱਖ ਬੈਠ ਕੇ ਕੀਰਤਨ ਸੁਣਦੇ ਗਾਉਂਦੇ ਹਨ, ਭਲੀਆਂ ਗੁਰੂ ਦੀਆਂ ਕਥਾ ਕਹਾਣੀਆਂ ਸੁਣਦੇ ਕਰਦੇ ਹਨ। ਹੱਥਾਂ ਦੇ ਨਾਲ ਤਾਰਾਂ ਵਾਲਾ ਸਾਜ਼ ਵਜਾਉਂਦੇ ਰਾਗ ਗਾਉਂਦੇ ਹਨ ਤੇ ਬੜਾ ਆਨੰਦ ਹੁੰਦਾ ਹੈ ਸੁਣ ਕੇ ਕੀਰਤਨ। ਏਕ ਓਂਕਾਰ ਪਰਮਾਤਮਾ ਵਾਹਿਗੁਰੂ ਜੋ ਇੱਕ ਹੈ, ਉਹਦਾ ਕੀਰਤਨ ਸੁਣਦੇ ਬਾਣੀ ਦਾ, ਉਹਦੇ ਨਾਲ ਪਿਆਰ ਵੱਧਦਾ ਗੁਰਸਿੱਖਾਂ ਵਿੱਚ। ਦਿਨ ਰਾਤ ਗੁਰਸਿੱਖਾਂ ਦੇ ਅੰਦਰ ਸਾਧ ਸੰਗਤ ਜੀ ਪ੍ਰੇਮ ਵੱਧਦਾ ਜਾਂਦਾ ਹੈ ਤੇ ਕੀਰਤਨ ਸੁਣਦੇ ਕਰਦੇ ਹਨ। ਇੱਥੇ ਤੱਕ ਆਪਾਂ ਸੁਣਾਂਗੇ। ਕੱਲ੍ਹ ਨੂੰ ਅੱਗੇ ਸੁਣਾਂਗੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚਖੰਡ ਪਿਆਨਾ ਕਿਵੇਂ ਕੀਤਾ। ਸਾਰੇ ਪ੍ਰਸੰਗ ਆਪ ਜੀ ਨੇ ਸੁਣਨੇ ਹਨ। ਪ੍ਰੇਮ ਦੇ ਨਾਲ ਲਾਹੇ ਲੈਣੇ, ਸਮੇਂ ਸਿਰ ਪਹੁੰਚ ਕੇ ਲਾਹੇ ਲਈਏ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਧੰਨਵਾਦ ਜੀ। ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾ